जी की फतेह। श्लोक महला पहला। मुसलमाना सिफत शरीयत पढ़ पढ़ करें विचार बंदे से जे पवे विच बंदी वेखण को दीदार। यह पावन पवित्र शब्द 6वीं पौड़ी का पहला श्लोक है। इस पूरे श्लोक विच गुरु साहब ने ਵੱਖ-ਵੱਖ ਜਿਹੜੇ प्रमुख उस टाइम प्रमुख मत्तां ने ਜਿਹੜੀਆਂ ਜੇ ਅਸੀਂ ਜਿਵੇਂ ਧਰਮ ਕਹਿ ਲੈਂਦੇ ਆ ਉਸ ਟਾਈਮ ਹਿੰਦੂ ਮੁਸਲਮਾਨ ਤੇ ਤੀਸਰੇ ਨੰਬਰ ਤੇ ਆਉਂਦੇ ਨੇ ਜੋਗੀ। ਮਿੱਕੀ ਵੀਰ ਜੀ ਹੋਸਟ ਆਪ ਕਰ ਦਿਓ ਤੁਸੀਂ ਆਪਣਾ ਸਾਰਿਆਂ ਨੂੰ ਮਿਊਟ ਕਰ ਦਿਓ। ਮੁਸਲਮਾਨ ਹਿੰਦੂ ਤੇ ਜੋਗੀ ਇਹ ਤਿੰਨ ਪ੍ਰਮੁੱਖ ਮੱਤਾਂ ਨੇ। ਤਿੰਨ ਧਰਮ ਤੇ ਖੈਰ ਗੁਰਮਤ ਅਨੁਸਾਰ ਤੇ ਧਰਮ ਚਲੋ ਸੱਚ ਹੀ ਹੁੰਦਾ ਤੇ ਇਹ ਤਿੰਨਾਂ ਮੱਤਾਂ ਦੇ ਜੋ ਵਿਚਾਰਧਾਰਾ ਸੀ ਤੇ ਉਹਦੇ ਨਾਲ ਨਾਲ ਇੱਕ ਆਮ ਬੰਦਾ ਕਿਰਤੀ ਬੰਦਾ ਮਿਹਨਤੀ ਬੰਦਾ ਜਾਂ ਅਮੀਰ ਬੰਦਾ ਜਿਹਦੇ ਕੋਲ ਬਹੁਤ ਧਨ ਦੌਲਤ ਹੈ ਪੈਸੇ ਵਾਲਾ ਧਨਵਾਨ ਹੈ ਜਿਹਨੂੰ ਇਹ ਆ ਵੀ ਮੈਂ ਧਨ ਨਾਲ ਪੈਸੇ ਨਾਲ ਸਭ ਕੁਝ ਪਾ ਸਕਦਾ ਸਭ ਲੈ ਸਕਦਾ ਸਭ ਖਰੀਦ ਸਕਦਾ ਜੋ ਚਾਹੇ ਮੈਂ ਆਪਣਾ ਬਣਾ ਸਕਦਾ। ਉਹਨਾਂ ਦੀ ਸੋਚ ਉਹਨਾਂ ਦੀ ਵਿਚਾਰਧਾਰਾ ਨੂੰ ਗੁਰੂ ਸਾਹਿਬ ਇਸ ਪੂਰੇ ਸ਼ਬਦ ਵਿੱਚ ਲੈ ਕੇ ਆ ਰਹੇ ਨੇ। ਅਖੀਰ ਜਾ ਕੇ ਮਹਾਰਾਜ ਨੇ ਇਹਨਾਂ ਸਾਰਿਆਂ ਦੀ ਗੱਲ ਕਰਨ ਤੋਂ ਬਾਅਦ ਫਿਰ ਗੱਲ ਕੀਤੀ ਭਗਤ ਦੀ ਵੀ ਇੱਕ ਇਹਨਾਂ ਬੰਦਿਆਂ ਦੇ ਮਨ ਦੀ ਭੁੱਖ ਹੈ ਇਹਨਾਂ ਬੰਦਿਆਂ ਦੇ ਮਨ ਦੀ ਵਿਚਾਰਧਾਰਾ ਹੈ ਇਹਨਾਂ ਬੰਦਿਆਂ ਦੇ ਮਨ ਦੀ ਲਾਲਸਾ ਕੀ ਹੈ ਤੇ ਇੱਕ ਜਿਹੜਾ ਅਸਲ ਵਿੱਚ ਸਚਿਆਰ ਹੋਇਆ ਭਗਤ ਹੈ ਸੱਚ ਵਾਲੇ ਪਾਸੇ ਸੱਚ ਨੂੰ ਪਾਉਣ ਵਾਲੇ ਪਾਸੇ ਤੁਰਦਾ ਉਹਦੇ ਅੰਦਰ ਦੀ ਭੁੱਖ ਤੇ ਇਹ ਆਮ ਬੰਦੇ ਦੀ ਭੁੱਖ ਦੇ ਵਿੱਚ ਫਰਕ ਕੀ ਹੁੰਦਾ ਹੈ। ਹਾਲਾਂਕਿ ਉੱਪਰ ਸ਼ਬਦ ਭੁੱਖ ਨਹੀਂ ਆਏਗਾ ਭੁੱਖ ਕੇਵਲ ਭਗਤਾਂ ਦੇ ਨਾਲ ਨੀਚੇ ਜਾ ਕੇ ਆਇਆ ਪਰ ਆਪਾਂ ਇਹੀ ਸਮਝ ਕੇ ਚੱਲਾਂਗੇ ਤੇ ਸਾਨੂੰ ਗੱਲ ਸਾਰੀ ਸਮਝ ਵਿੱਚ ਆ ਜਾਏ। ਹੁਣ ਗੁਰੂ ਸਾਹਿਬ ਕਹਿੰਦੇ ਹਰੇਕ ਮੱਤ ਨੇ ਆਪਣਾ ਇੱਕ ਰਸਤਾ ਅਖਤਿਆਰ ਕੀਤਾ ਹੈ ਆਪਣੀ ਇੱਕ ਉਹਨਾਂ ਨੇ ਇੱਕ ਮਰਿਆਦਾ ਬਣਾਈ ਹੈ ਆਪਣੇ ਕੁਝ ਡਿਸਿਪਲਿਨ ਬਣਾਏ ਨੇ ਵੀ ਅਸੀਂ ਇਸ ਮੁਤਾਬਿਕ ਇਸ ਅਕੀਦੇ ਮੁਤਾਬਿਕ ਇਸ ਮਰਿਆਦਾ ਮੁਤਾਬਿਕ ਅਸੀਂ ਚੱਲਦੇ ਹਾਂ। ਮੁਸਲਮਾਨਾਂ ਵਿੱਚ ਮਰਿਆਦਾ ਨੂੰ ਸ਼ਰੀਅਤ ਕਿਹਾ ਜਾਂਦਾ ਹੈ ਅਸੀਂ ਸ਼ਰਾ ਵੀ ਕਹਿੰਦੇ ਹਾਂ ਸ਼ਰਾ ਜਾਂ ਸ਼ਰੀਅਤ। ਹੁਣ ਕਹਿੰਦੇ ਮੁਸਲਮਾਨਾਂ ਦੇ ਵਿੱਚ ਕੀ ਹੁੰਦਾ ਸਿਫਤ ਕੀਤੀ ਜਾਂਦੀ ਹੈ ਸ਼ਰੀਅਤ ਸ਼ਰਾ ਦੇ ਮੁਤਾਬਿਕ। ਹੁਣ ਜਿਹੜੀ ਸ਼ਰਾ ਹੈ ਉਹ ਮੁਸਲਮਾਨਾਂ ਦੇ ਵਿੱਚ ਜਿਹੜੇ ਬਹੁਤ ਟੌਪ ਕਲਾਸ ਸਨ ਜਾਂ ਪੜ੍ਹੇ ਲਿਖੇ ਸਨ ਜਾਂ ਜਿਨ੍ਹਾਂ ਨੂੰ ਅਸੀਂ ਕਹਿ ਦਿੰਦੇ ਹਾਂ ਬੁੱਧੀਜੀਵੀ ਉਹਨਾਂ ਨੇ ਆਪਣੇ ਧਰਮ ਦੇ ਅਕੀਦੇ ਮੁਤਾਬਿਕ ਤੇ ਆਪਣੇ ਧਰਮ ਦੇ ਅਨੁਕੂਲ ਲੋੜਾਂ ਦੇ ਮੁਤਾਬਿਕ ਸ਼ਰਾ ਬਣਾ ਲਈ। ਜਿਵੇਂ ਕਿ ਸਿੱਖ ਰਹਿਤ ਮਰਿਆਦਾ ਸਾਡੇ ਵਿੱਚ ਬਣੀ 1920-22 ਦੇ ਵਿੱਚ 1925 ਦੇ ਵਿੱਚ। ਹੁਣ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਉਹ ਸਿੱਖ ਧਰਮ ਦੇ ਕੀ ਅਸੂਲ ਨੇ ਕਿਵੇਂ ਅਸੀਂ ਫੋਲੋ ਕਰ ਸਕਦੇ ਹਾਂ ਕਿਵੇਂ ਉਹਨਾਂ ਤੇ ਚੱਲ ਸਕਦੇ ਹਾਂ ਕੀ ਸਾਨੂੰ ਲੋੜ ਹੈ ਸਾਡੇ ਸੰਸਕਾਰ ਕੀ ਹੋਣੇ ਚਾਹੀਦੇ ਨੇ ਸਾਡੀ ਜੀਵਨ ਸ਼ੈਲੀ ਕੀ ਹੋਣੀ ਚਾਹੀਦੀ ਹੈ ਅਸੀਂ ਕਿਵੇਂ ਆਪਣੀ ਜ਼ਿੰਦਗੀ ਨੂੰ ਧਰਮ ਦੇ ਘਾੜਤ ਵਿੱਚ ਘਟਦੇ ਹੋਏ ਤੋਰਨਾ ਹੈ ਧਰਮ ਦੇ ਅਨੁਸਾਰ ਅਸੀਂ ਕਿਵੇਂ ਜੀਣਾ ਹੈ ਕਿਵੇਂ ਸਾਡਾ ਕਾਰ ਵਿਹਾਰ ਆਚਰਣ ਸਾਡੇ ਸਮਾਜਿਕ ਕਰਮ ਵਗੈਰਾ ਕਿਵੇਂ ਨੇ ਉਹ ਸਿੱਖ ਰਹਿਤ ਮਰਿਆਦਾ ਉਹ ਮਨੁੱਖਾਂ ਦੀ ਬਣਾਈ ਹੋਈ ਹੈ ਧਿਆਨ ਵਿੱਚ ਰੱਖਿਓ। ਤੇ ਉਹਦੇ ਵਿੱਚ ਬਹੁਤ ਕੁਝ ਘਾਟਵਾਦ ਵੀ ਹੋ ਜਾਂਦੀਆਂ ਨੇ ਤੇ ਬਹੁਤ ਕੁਝ ਚੇਂਜਸ ਸਮੇਂ ਦੇ ਨਾਲ ਆ ਜਾਂਦੇ ਨੇ ਬਦਲਾਅ ਆ ਜਾਂਦੇ ਨੇ ਬਦਲਦਾ ਰਹਿੰਦਾ ਕੁਛ ਨਾ ਕੁਛ। ਹੁਣ ਇਸੇ ਤਰ੍ਹਾਂ ਮੁਸਲਮਾਨਾਂ ਦੇ ਵਿੱਚ ਸ਼ਰਾ ਦੇ ਮੁਤਾਬਿਕ ਸਿਫਤ ਕੀਤੀ ਜਾਂਦੀ ਹੈ ਪੜ੍ਹ ਪੜ੍ਹ ਕਰੇ ਵਿਚਾਰ ਤੇ ਕਹਿੰਦੇ ਪੜ੍ਹ ਪੜ੍ਹ ਕੇ ਇਸ ਗੱਲ ਦੇ ਵਿਚਾਰ ਕਰਦੇ ਹਨ ਤੇ ਇਹ ਮੰਨਦੇ ਹਨ। ਹੁਣ ਉਹਨਾਂ ਦਾ ਮੰਨਣਾ ਕੀ ਹੈ ਮੁਸਲਮਾਨਾਂ ਦਾ ਬੰਦੇ ਸੇ ਜੇ ਪਵੇ ਵਿੱਚ ਬੰਦੀ ਵੇਖਣ ਕੋ ਦੀਦਾਰ। ਉਹਨਾਂ ਦੇ ਮੁਤਾਬਿਕ ਬੰਦੇ ਉਹ ਨੇ ਕਿਉਂਕਿ ਬੰਦਾ ਸ਼ਬਦ ਜਿਹੜਾ ਹੈ ਇਹ ਫਾਰਸੀ ਦਾ ਸ਼ਬਦ ਹੈ। ਬੰਦਾ ਸ਼ਬਦ ਹਿੰਦੁਸਤਾਨੀ ਭਾਸ਼ਾ ਦਾ ਸ਼ਬਦ ਨਹੀਂ ਹੈ ਸੰਸਕ੍ਰਿਤ ਦਾ ਨਹੀਂ ਹੈ ਫਾਰਸੀ ਭਾਸ਼ਾ ਚੋਂ ਆਇਆ ਸ਼ਬਦ ਹੈ। ਤੁਸੀਂ ਦੇਖੋਗੇ ਇਹ ਭਗਤ ਬਾਣੀ ਦੇ ਵਿੱਚ ਜਾਂ ਗੁਰੂ ਸਾਹਿਬ ਨੇ ਜਿਵੇਂ ਬਾਬਾ ਫਰੀਦ ਜੀ ਦੇ ਸ਼ਬਦਾਂ ਵਿੱਚ ਆ ਜਾਂਦਾ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ 'ਚ ਸ਼ਬਦ ਬਹੁਤ ਆਉਂਦਾ ਹੈ ਕਬੀਰ ਜੀ ਨੇ ਵੀ ਸ਼ਬਦ ਵਰਤਿਆ ਹੋਇਆ ਬੰਦੇ
खोज दिल हर रोज ना फिर परेशानी माए, बंदे बंदगी इख्तियार कर बंदे तू बंदगी। बंदगी शब्द भी इस्लामिक है, बंदा शब्द भी इस्लामिक है। बंदे का अर्थ की है? जो बंदी दे विच है। बंदा किहनूं कहंदे ने? ਜਿਹੜਾ ਕਿਸੇ ਜਿਹੜਾ ਬੰਦੀ ਬਣਿਆ ਹੋਇਆ, ਭਾਵ ਕਿਸੇ ਮਰਿਆਦਾ ਵਿੱਚ, ਕਿਸੇ ਬੰਧਨ ਵਿੱਚ, ਕਿਸੇ ਰੌਂ ਰੀਤ ਦੇ ਸਾਂਚੇ ਵਿੱਚ ਢਲਿਆ ਹੋਇਆ। ਬਈ ਜਾਨਵਰ ਨਹੀਂ ਹੈ ਉਹ ਵੀ ਜਿੱਧਰ ਨੂੰ ਮੂੰਹ ਕੀਤਾ ਉਧਰ ਨੂੰ ਤੁਰ ਪਿਆ, ਜੋ ਦੇਖਿਆ ਉਹ ਖਾ ਲਿਆ, ਜੋ ਦੇਖਿਆ ਪਾ ਲਿਆ, ਜੋ ਮਰਜ਼ੀ ਜਿਵੇਂ। ਨਹੀਂ, ਬੰਦੀ ਵਿੱਚ ਰਹਿਣ ਵਾਲਾ, ਇੱਕ ਡਿਸਿਪਲਿਨ ਵਿੱਚ ਰਹਿਣ ਵਾਲਾ, ਉਹਨੂੰ ਬੰਦਾ ਕਹਿੰਦੇ ਨੇ। ਬੰਦੇ ਉਹ ਨੇ ਜੇ ਪਵਿਆਂ ਵਿੱਚ ਬੰਦੀ, ਜਿਹੜੇ ਬੰਦੀ ਵਿੱਚ ਇੱਕ ਮਰਿਆਦਾ ਵਿੱਚ ਸ਼ਰੀਅਤ ਦੇ ਮੁਤਾਬਿਕ ਢਲਦੇ ਨੇ, ਸ਼ਰੀਅਤ ਵਿੱਚ ਪੈਂਦੇ ਨੇ, ਇੰਜ ਕਹਿ ਲਈਏ ਸ਼ਰਾ ਵਿੱਚ ਪੈਂਦੇ ਨੇ, ਸ਼ਰਾ ਮੁਤਾਬਿਕ ਚੱਲਦੇ ਨੇ। ਵੇਖਣ ਕੋ ਦੀਦਾਰ, ਖੁਦਾ ਦੇ ਦੀਦਾਰ ਕਰਨ ਦੇ ਚਾਹਵਾਨ, ਸ਼ਰਾ ਦੇ ਮੁਤਾਬਿਕ ਚੱਲਣ ਵਾਲਿਆਂ ਨੂੰ ਹੀ ਮੁਸਲਮਾਨਾਂ ਵਿੱਚ ਬੰਦਾ ਕਿਹਾ ਜਾਂਦਾ ਹੈ। ਅਸੀਂ ਸ਼ਬਦ ਵਰਤਦੇ ਹਾਂ ਇਨਸਾਨ, ਆਮ ਹਿੰਦੁਸਤਾਨੀ ਭਾਸ਼ਾ ਚ, ਸਮਾਜਿਕ ਭਾਸ਼ਾ ਚ। ਧਾਰਮਿਕ ਤੌਰ ਤੇ ਅਸੀਂ ਸ਼ਬਦ ਵਰਤਾਂਗੇ ਸਿੱਖ ਕੌਣ ਹੈ? ਜੋ ਸਿੱਖੀ ਨੂੰ ਕਮਾਉਂਦਾ। ਇਹ ਹੁਣ ਦੋ ਲਾਈਨਾਂ ਦੇ ਵਿੱਚ ਗੱਲ ਆ ਗਈ ਹੈ ਮੁਸਲਮਾਨੀ ਸ਼ਰਾ ਦੇ ਮੁਤਾਬਿਕ। ਉਹਨਾਂ ਨੇ ਆਪਣਾ ਇੱਕ ਅਲੱਗ ਰਸਤਾ ਬਣਾ ਲਿਆ। ਹੁਣ ਸਾਰੇ ਰਸਤੇ ਨੇ ਅਲੱਗ-ਅਲੱਗ, ਆਪੋ ਆਪਣੇ ਬਣਾਏ ਹੋਏ, ਆਪੋ ਆਪਣੀਆਂ ਮਰਿਆਦਾਵਾਂ, ਹਨਾ। ਮਹਾਰਾਜ ਕਹਿੰਦੇ ਮੁਸਲਮਾਨਾਂ ਨੇ ਸ਼ਰਾ ਮੁਤਾਂ ਨੂੰ ਬਣਾ ਲਿਆ। ਹੁਣ ਸ਼ਰਾ ਵੀ ਬੰਦੇ ਦੀ ਹੈ, ਮਰਿਆਦਾ ਵੀ ਬੰਦੇ ਦੀ ਹੈ। ਸਾਡੀਆਂ ਰੋਹ ਰੀਤਾਂ ਜਿੰਨੀਆਂ ਬਣਾਈਆਂ ਜਾਂਦੀਆਂ ਸਮਾਜ ਦੀਆਂ ਜਾਂ ਕਾਨੂੰਨ ਵੀ ਬਣਦੇ ਨੇ, ਅਸੀਂ ਵੀ ਕਹਿ ਸਕਦੇ ਹਾਂ, ਉਹ ਬੰਦੇ ਦੇ ਅਨੁਸਾਰ, ਜਿੱਥੇ ਅਸੀਂ ਰਹਿੰਦੇ ਹਾਂ ਉੱਥੋਂ ਦੇ ਮੌਸਮ ਅਨੁਸਾਰ, ਉੱਥੋਂ ਦੇ ਮਾਹੌਲ ਦੇ ਮੁਤਾਬਿਕ ਸਾਰਾ ਕੁਛ ਬਣਾਇਆ ਜਾਂਦਾ ਹੈ, ਤੇ ਇਹਨਾਂ ਵਿੱਚ ਬਦਲਾਵ ਹੁੰਦੇ ਰਹਿੰਦੇ ਨੇ। ਇਸੇ ਤਰ੍ਹਾਂ ਮੁਸਲਮਾਨਾਂ ਵਿੱਚ ਸ਼ਰਾ ਆ ਗਈ। ਅੱਗੇ ਗੱਲ ਆਈ ਹਿੰਦੂਆਂ ਦੀ। ਹਿੰਦੂ ਕੀ ਕਰਦੇ ਹਨ? ਹਿੰਦੂ ਸਾਲਾਹੀ ਸਾਲਾਹਨ ਦਰਸ਼ਨ ਰੂਪ ਅਪਾਰ। ਹਿੰਦੂ ਕਹਿੰਦੇ ਸਿਫਤ ਸਲਾਹ ਦੀ ਗੱਲ ਕਰਦੇ ਨੇ, ਸਲਾਉਂਦੇ ਨੇ। ਕਦੋਂ ਸਲਾਉਂਦੇ ਨੇ? ਦਰਸ਼ਨ ਰੂਪ ਅਪਾਰ। ਜਦੋਂ ਇਹ ਮੰਨ ਲੈਂਦੇ ਨੇ ਵੀ ਸਾਨੂੰ ਜਿਹੜਾ ਭਗਵਾਨ ਹੈ ਉਹਦੇ ਰੂਪ ਦੇ ਦਰਸ਼ਨ ਹੁੰਦੇ ਨੇ, ਭਗਵਾਨ ਦੇ ਰੂਪ ਦੇ ਦਰਸ਼ਨ ਕਰਦੇ ਨੇ, ਤੇ ਉਸ ਰੂਪ ਨੂੰ ਫਿਰ ਸਲਾਉਂਦੇ ਨੇ। ਹਿੰਦੂ ਵੀ ਸਾਡੇ ਹਿੰਦੂ ਧਰਮ ਦੇ ਲੋਕ, ਹਿੰਦੂ ਮੱਤ ਵਾਲੇ, ਜਿਹਨੇ ਕਹਿ ਲਈਏ ਹਿੰਦੂ ਮੰਨਣ ਵਾਲੇ, ਸਨਾਤਨ ਮੱਤ ਵਾਲੇ, ਆਰੀਅਨ ਸਮਾਜੀ ਵੀ ਇਹਨਾਂ ਨੂੰ ਕਿਹਾ ਜਾਂਦਾ ਸੀ। ਮੁਸਲਮਾਨਾਂ ਨੇ ਆ ਕੇ ਨਾਮ ਹਿੰਦੂ ਦਿੱਤਾ, ਤੇ ਉਹ ਸ਼ਬਦ ਫਿਰ ਗੁਰੂ ਸਾਹਿਬ ਨੇ ਇੱਥੇ ਵਰਤਿਆ। ਹਾਲਾਂਕਿ ਹਿੰਦੂ ਸ਼ਬਦ ਕਿਸੇ ਵੀ ਹਿੰਦੂ ਧਰਮ ਦੇ ਗ੍ਰੰਥ ਵਿੱਚ ਨਹੀਂ ਮਿਲਦਾ। ਨਾ ਤੁਹਾਨੂੰ ਰਾਮਾਇਣ ਵਿੱਚ ਮਿਲੇ, ਨਾ ਗੀਤਾ ਵਿੱਚ ਮਿਲੇ, ਨਾ ਕਿਤੇ ਹੋਰ ਮਿਲੇ, ਨਾ ਪੁਰਾਣਾਂ ਵਿੱਚ ਮਿਲੇ, ਨਾ ਵੇਦਾਂ ਵਿੱਚ ਮਿਲੇ, ਨਾ ਸ਼ਾਸਤਰਾਂ ਵਿੱਚ ਮਿਲੇ। ਹਿੰਦੂ ਸ਼ਬਦ ਹਿੰਦੂ ਮਤ ਦੇ ਗ੍ਰੰਥਾਂ ਵਿੱਚ ਨਹੀਂ ਹੈ। ਹੁਣ ਪੁੱਛੋ ਕਿਉਂ ਨਹੀਂ ਹੈ? ਕਿਉਂਕਿ ਇਹ ਸ਼ਬਦ ਆਇਆ ਹੀ 1000 ਸਦੀ ਤੋਂ ਬਾਅਦ ਹੈ। 712 ਈਸਵੀ ਵਿੱਚ ਮੁਹੰਮਦ ਬਿਨ ਕਾਸਮ ਪਹਿਲਾ ਮੁਸਲਮਾਨ ਮੁਗਲ ਹਮਲਾਵਰ ਹੈ। ਉਹ 712 ਈਸਵੀ ਵਿੱਚ ਮੁੱਠੀ ਭਰ ਬੰਦੇ ਲੈ ਕੇ ਆਇਆ ਸੀ, ਇੱਥੇ ਲੁੱਟ ਮਚਾ ਕੇ ਚਲਾ ਗਿਆ। ਉਹ ਤੋਂ ਬਾਅਦ ਇਹ ਸਿਲਸਿਲਾ ਚੱਲ ਪਿਆ, ਤੇ ਉਹ ਤੋਂ ਬਾਅਦ ਮੁਸਲਮਾਨਾਂ ਦਾ ਜਦੋਂ ਰਾਜ ਹੋਣਾ ਸ਼ੁਰੂ ਹੋ ਗਿਆ, ਇੱਥੋਂ ਦੀ ਆਮ ਆਵਾਮ 11ਵੀਂ 12ਵੀਂ ਸਦੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਵੀ 200-250-300 ਸਾਲ ਪਹਿਲਾਂ ਉਹਨਾਂ ਨੇ ਵੇਖਿਆ ਵੀ ਇਹ ਕਾਫਰ ਨੇ। ਕਿਉਂ? ਪੱਥਰ ਪੂਜਦੇ ਨੇ, ਪੱਥਰ ਪੂਜਾ ਨੂੰ ਕਾਫਰ ਮੰਨਦੀ ਸੀ। ਤੇ ਇਹਨਾਂ ਦੇ ਵਿੱਚ, ਇੱਥੋਂ ਦੇ ਲੋਕਾਂ ਵਿੱਚ ਉਹਨਾਂ ਨੇ ਕੁਝ ਐਸੀਆਂ ਕੁਝ ਕਹਿ ਲਈਏ ਮੁਸਲਮਾਨੀ ਮਤ ਦੇ ਮੁਤਾਬਿਕ ਉਹਨਾਂ ਨੇ ਕੁਝ ਘਾਟਾਂ ਕਮੀਆਂ ਵੇਖਣੀਆਂ। ਉਹ ਗੱਲ ਕਿ ਵੀ ਹਿੰਦੂ ਨੇ। ਹਿੰਦੂ ਅਸਲ ਵਿੱਚ ਨਾਮ ਦਿੱਤਾ ਗਿਆ ਸੀ, ਇਹ ਚੰਗਾ ਨਾਮ ਨਹੀਂ ਹੈ ਹਿੰਦੂ। ਮੈਂ ਖਿਮਾ ਸਾਹਿਬ ਬੇਨਤੀ ਕਰਦਾ, ਹਿੰਦੂ ਦੇ ਡਿਕਸ਼ਨਰੀ ਵਿੱਚ ਅਰਥ ਪੜ੍ਹੋ ਤੇ ਤੁਹਾਨੂੰ ਖੁਦ ਨੂੰ ਪਤਾ ਲੱਗੇ ਵੀ ਹਿੰਦੂ ਦੇ ਅਰਥ ਕੀ ਹੁੰਦੇ ਨੇ। ਮੈਂ ਕਹਾਂਗਾ ਤੇ ਗੱਲ ਹੋਰ ਪਾਸੇ ਨਾ ਚਲੀ ਜਾਏ, ਪਰ ਡਿਕਸ਼ਨਰੀ ਦੇ ਵਿੱਚ ਹਿੰਦੂ ਸ਼ਬਦ ਦਾ ਅਰਥ ਕੋਈ ਬਹੁਤਾ ਵਧੀਆ ਨਹੀਂ ਕੀਤਾ ਗਿਆ। ਮੁਸਲਮਾਨਾਂ ਨੇ ਨਾਮ ਦਿੱਤਾ ਸੀ ਇਹਨਾਂ ਨੂੰ ਬਦਨਾਮ ਕਰਨ ਵਾਸਤੇ, ਇੱਥੋਂ ਦੇ ਲੋਕਾਂ ਨੂੰ, ਜਿਨ੍ਹਾਂ ਨੂੰ ਅਸੀਂ ਆਰੀਅਨ ਸਮਾਜੀ ਸਨਾਤਨ ਮਤ ਵਾਲੇ ਕਹਿੰਦੇ ਸਾਂ। ਪਰ ਇੱਥੋਂ ਦੀ ਆਵਾਮ ਨੇ ਹੁਣ 700-800 ਸਾਲ ਮੁਸਲਮਾਨੀ ਗੁਲਾਮੀ ਨੂੰ ਇਤਨਾ ਕਬੂਲ ਕੀਤਾ, ਇਤਨਾ ਪ੍ਰਭਾਵ ਪੈ ਗਿਆ ਵੀ ਇੱਥੋਂ ਦੇ ਲੋਕਾਂ ਨੇ, ਆਮ ਆਵਾਮ ਨੇ ਉਹਨੂੰ ਹਿੰਦੂ ਆਪਣੇ ਨਾਮ ਨਾਲ ਪੱਕਾ ਹੀ ਜੋੜਦੇ ਵੀ ਅਸੀਂ ਹਿੰਦੂ ਹਾਂ। ਇਹ ਅਭਾਗ ਨੇ, ਇਹ ਤਰਾਸਦੀ ਹੈ, ਬਹੁਤ ਵੱਡਾ ਦੁਖਦਾਈ ਪੱਖ ਹੈ ਅਗਰ ਇਸ ਪਾਸੇ ਧਿਆਨ ਦਿੱਤਾ ਜਾਵੇ ਤਾਂ। ਖੈਰ,
ਹੁਣ ਉਸ ਗੁਰੂ ਸਾਹਿਬ ਦੇ ਵੇਲੇ ਤੱਕ ਇਹ ਸ਼ਬਦ ਪ੍ਰਚਲਿਤ ਹੋ ਚੁੱਕਿਆ ਸੀ। ਉਸ ਵੇਲੇ ਹਿੰਦੂ ਮਤਲਬ ਕਹਾਉਣਾ ਮਾਣ ਵਾਲੀ ਗੱਲ ਬਣ ਗਈ, ਤੇ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਵੀ ਉਹ ਹੁਣ ਜਿਹੜੇ ਹਿੰਦੂ ਲੋਕ ਨੇ ਕੀ ਕਰਦੇ ਨੇ, ਇੱਕ ਰੂਪ ਦਾ ਦਰਸ਼ਨ ਕਰਦੇ ਨੇ ਤੇ ਅਪਾਰ ਕਹਿ ਕੇ ਉਹਦੀ ਸਿਫਤੋ ਸਲਾਹ ਕਰਦੇ ਨੇ। ਹੁਣ ਰੂਪ ਕੀ ਹੁੰਦਾ? ਮੈਂ ਪਹਿਲੇ ਬੇਨਤੀ ਕੀਤੀ, ਰੂਪ ਹੁੰਦਾ ਕਿਸੇ ਵਸਤੂ ਦਾ ਜਿਸ ਦਾ ਕੋਈ ਆਕਾਰ ਹੋਵੇ। ਭਾਵ ਕੀ ਵੀ ਮੂਰਤੀ ਦੇ ਰੂਪ ਨੂੰ ਆਪਣਾ ਭਗਵਾਨ ਮੰਨਦੇ ਨੇ। ਮੰਨ ਲਓ ਕਿਸੇ ਨੇ ਕ੍ਰਿਸ਼ਨ ਜੀ ਦੀ, ਕਿਸੇ ਨੇ ਰਾਮਚੰਦਰ ਜੀ, ਕਿਸੇ ਨੇ ਸ਼ਿਵ ਜੀ ਦੀ, ਜਾਂ ਅਨੇਕਾਂ ਦੇਵੀ ਦੇਵਤਿਆਵਾਂ ਦੀਆਂ ਮੂਰਤੀਆਂ ਉਸ ਵੇਲੇ ਪ੍ਰਚਲਿਤ ਸੀ। ਉਹਦੇ ਰੂਪ ਦੇ ਦਰਸ਼ਨ ਕਰਕੇ ਉਹ ਕਹਿੰਦੇ ਸਨ, ਇਹਦੀ ਸਿਫਤੋ ਸਲਾਹ ਕਰਕੇ ਵੀ ਸਾਨੂੰ ਭਗਵਾਨ ਦੇ ਦਰਸ਼ਨ ਹੋ ਗਏ। ਇਹ ਹਿੰਦੂ ਮੈਥੋਲੋਜੀ ਦੇ ਮੁਤਾਬਿਕ ਉਹਨਾਂ ਦੀ ਵਿਚਾਰਧਾਰਾ ਮਹਾਰਾਜ ਨੇ ਦਿੱਤੀ। ਫਿਰ ਅੱਗੇ ਹੁਣ ਕੀ ਕਰਦੇ ਨੇ ਉਹ, ਹੋਰ ਉਹਨਾਂ ਵਿੱਚ ਕੀ ਪ੍ਰਚਲਿਤ ਸੀ? ਤੀਰਥ, ਨਹਾਵੈ, ਅਰਚਾ, ਪੂਜਾ, ਅਗਰਵਾਸ, ਬਹਿਕਾਰ। ਤੀਰਥਾਂ ਤੇ ਨਹਾਉਣਾ ਹਿੰਦੂ ਧਰਮ ਦਾ ਇੱਕ ਅੰਗ ਹੈ। ਅਰਚਨਾ ਕਰਨੀ, ਜਾਚਨਾ ਕਰਨੀ, ਪੂਜਾ ਕਰਨੀ, ਖੁਸ਼ਬੂਆਂ, ਅਗਰਵਾਸ, ਬਹਿਕਾਰ। ਵਾਸ ਦਾ ਅਰਥ ਸੁਗੰਧੀ, ਅਗਰ ਦਾ ਅਰਥ ਹੁੰਦਾ ਅਗਰਬੱਤੀ, ਖੁਸ਼ਬੂਆਂ ਵਾਲੀ, ਬਹਿਕਾਰ। ਬਹੁਤ ਪ੍ਰਕਾਰ ਦੀਆਂ ਇਹ ਤਰ੍ਹਾਂ ਦੇ ਇਹ ਸਾਰੇ ਸਾਧਨ ਅਪਣਾਏ ਜਾਂਦੇ ਸਨ ਆਪਣੇ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਅੱਗੇ, ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਨੂੰ ਖੁਸ਼ ਕਰਨ ਲਈ, ਤੇ ਆਪਣੇ ਮਨ ਦੇ ਅੰਦਰ ਚੱਲ ਰਹੇ ਜਾਂ ਕਹਿ ਲਓ ਵੀ ਉਹਨਾਂ ਦੇ ਮੁਤਾਬਿਕ ਵੀ ਜਿਹੜੇ ਸਾਡੇ ਪਾਪ ਨੇ ਉਹ ਧੋਤੇ ਜਾਣਗੇ ਤੇ ਸਾਨੂੰ ਸਵਰਗ ਵਿੱਚ ਜਗ੍ਹਾ ਮਿਲ ਜਾਏਗੀ। ਇਹ ਹਿੰਦੂ ਮਤ ਦੀ ਵਿਚਾਰਧਾਰਾ ਦੋ ਲਾਈਨਾਂ ਵਿੱਚ ਆ ਗਈ। ਹੁਣ ਤੀਜੇ ਨੰਬਰ ਤੇ ਆ ਗਏ ਜੋਗੀ। ਜੋਗੀ ਕੀ ਕਰਦੇ ਨੇ? ਜੋਗੀ ਸੁਨ ਧਿਆਵਨ ਜੀਤੇ, ਅਲਖ ਨਾਮ ਕਰਤਾਰ, ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ। ਜੋਗੀ ਜਿਹੜੇ ਨੇ ਉਹ ਵੀ ਧਿਆਉਂਦੇ ਨੇ, ਪਰ ਉਹ ਸੁੰਨ ਮੰਨ ਕੇ ਧਿਆਉਂਦੇ ਨੇ। ਸੁੰਨ ਵੀ ਪਰਮੇਸ਼ਰ ਜਿਹੜਾ ਸੁੰਨ ਹੈ ਤੇ ਉਹਨੂੰ ਸੁੰਨ ਅਵਸਥਾ 'ਚ ਜਾ ਕੇ ਧਿਆਇਆ ਜਾ ਸਕਦਾ ਹੈ। ਸੁੰਨ ਦਾ ਅਰਥ ਹੁੰਦਾ ਸ਼ੂਨਿਆ, ਤੇ ਸ਼ੂਨਿਆ ਸ਼ਬਦ ਹੁੰਦਾ ਨਾ ਸਾਡੇ ਵਿੱਚ, ਹਿੰਦੀ ਭਾਸ਼ਾ ਦਾ ਸ਼ਬਦ ਹੈ ਸ਼ੂਨਿਆ। ਸੁੰਨ ਜ਼ੀਰੋ, ਸ਼ੂਨਿਆ ਮਤਲਬ ਜ਼ੀਰੋ, ਸੁੰਨ ਦਾ ਅਰਥ ਹੈ ਅਫੁਰ, ਜਿੱਥੇ ਕੁਝ ਵੀ ਨਾ ਹੋਵੇ। ਜਦੋਂ ਕੁਝ ਵੀ ਨਹੀਂ ਹੁੰਦਾ, ਕਹਿੰਦੇ ਪਰਮੇਸ਼ਰ ਜਦੋਂ ਅਫੁਰ ਅਵਸਥਾ ਵਿੱਚ ਸੀ, ਜਦੋਂ ਉਹਨੇ ਸੰਸਾਰ ਬਣਾਇਆ ਨਹੀਂ, ਸੰਸਾਰ ਬਣਾਉਣ ਦਾ ਪੁਰਨਾ ਵੀ ਨਹੀਂ, ਉਹਨੂੰ ਸੁੰਨ ਸਮਾਧ ਕਿਹਾ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁੰਨ ਸਮਾਧ ਲਗਾਏਂਦਾ। ਕਹਿੰਦੇ ਰੱਬ ਨੇ ਸੁੰਨ ਸਮਾਧ ਲਾਈ ਹੈ। ਭਾਵ ਕੋਈ ਖਿਆਲ ਨਹੀਂ, ਕੋਈ ਪੁਰਨਾ ਨਹੀਂ, ਕੋਈ ਸੰਸਾਰ ਨਹੀਂ, ਕੋਈ ਨਦੀ ਨਹੀਂ, ਕੋਈ ਸੂਰਜ ਨਹੀਂ, ਕੋਈ ਧਰਤੀ ਨਹੀਂ, ਕੋਈ ਮਿੱਟੀ ਨਹੀਂ, ਕੋਈ ਪਾਣੀ ਨਹੀਂ, ਕੁਛ ਵੀ ਨਹੀਂ। ਅਪੁਰ ਪਰਮੇਸ਼ਰ ਇਕੱਲਾ ਹੀ ਹੈ, ਬਸ ਸੁੰਨ ਅਵਸਥਾ। ਸੁੰਨ ਵਿੱਚ ਜਾ ਕੇ ਉਹਨੂੰ ਧਿਆਉਂਦੇ ਨੇ। ਉਹ ਕਹਿੰਦੇ ਅਸੀਂ ਵੀ ਜਦੋਂ ਸੁੰਨ ਹੋਵਾਂਗੇ, ਉਹ ਜਦੋਂ ਸਮਾਧੀ ਲਾਉਂਦੇ ਆ ਨਾ, ਉਹਨੂੰ ਸੁੰਨ ਸਮਾਧ ਕਹਿੰਦੇ ਨੇ। ਬੜੀ ਲੰਮੀਆਂ ਸਮਾਧੀਆਂ ਜੋਗੀ ਲਾਉਂਦੇ ਰਹੇ ਨੇ। ਅਲਖ ਨਾਮ ਕਰਤਾਰ, ਤੇ ਉਹ ਕਰਤਾਰ ਦਾ ਪਰਮੇਸ਼ਰ ਦਾ ਨਾਮ ਅਲਖ ਕਹਿ ਕੇ ਧਿਆਉਂਦੇ ਨੇ। ਅਲਖ ਨਿਰੰਜਨ, ਤੁਸੀਂ ਵੇਖਿਆ ਹੋਣਾ ਕਿਸੇ ਨੇ ਜੇ ਜੋਗੀ ਵੇਖਿਆ ਹੋਣ, ਅਲਖ ਨਿਰੰਜਨ ਏਦਾਂ ਕੇ ਆਵਾਜ਼ ਮਾਰਦਾ, ਅਲਖ ਅਲਖ ਅਲਖ। ਜਿਹਨੂੰ ਅਲਖ ਦਾ ਅਰਥ ਬੜਾ ਵਧੀਆ ਅਲਖ ਸ਼ਬਦ ਆ। ਅਲਖ ਜਿਹਨੂੰ ਲਖਿਆ ਨਹੀਂ ਜਾ ਸਕਦਾ, ਜਿਹਨੂੰ ਪੂਰਨ ਰੂਪ ਚ ਜਾਣ ਨਹੀਂ ਸਕਦੇ, ਜਿਹਦਾ ਅਸੀਂ ਭੇਤ ਨਹੀਂ ਪਾ ਸਕਦੇ, ਜਿਹਨੂੰ ਅਸੀਂ ਬਿਆਨ ਨਹੀਂ ਕਰ ਸਕਦੇ, ਜੋ ਸਾਡੀ ਪਕੜ ਤੋਂ, ਸਾਡੀ ਛੋਹ ਤੋਂ ਪਰੇ ਹੈ, ਜੋ ਪੂਰਾ ਸਾਡੀ ਨਾ ਪਕੜ ਚ ਨਾ ਪੂਰਾ ਅੱਗੇ ਬਿਆਨ ਹੋ ਸਕਦਾ ਹੈ। ਅਲਖ ਨਾਮ ਕਰਤਾਰ, ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ। ਉਹ ਮੰਨਦੇ ਨੇ ਵੀ ਰੱਬ ਦੀ ਮੂਰਤੀ ਬੜੀ ਸੂਖਸ਼ਮ ਹੈ। ਧਿਆਨ ਵਿੱਚ ਰੱਖਿਓ, ਜੋਗੀਆਂ ਦੀ ਵਿਚਾਰਧਾਰਾ ਚੱਲ ਰਹੀ ਹੈ, ਗੁਰਮਤ ਨਹੀਂ ਹੈ। ਜੋਗੀ ਸੂਖਮ ਮੂਰਤ ਮੰਨਦੇ ਨੇ। ਉਹ ਕਹਿੰਦੇ ਵੀ ਰੱਬ ਹੈ ਸੂਖਮ, ਸੂਖਸ਼ਮ ਰੂਪ ਚ। ਸੂਖਸ਼ਮ ਦਾ ਅਰਥ ਹੁੰਦਾ ਹੈ ਜੋ ਅੱਖ ਨਾਲ ਨਾ ਵਿਖੇ। ਅਸੀਂ ਅੱਖ ਨਾਲ ਜਿਹਨੂੰ ਵੇਖ ਹੀ ਨਹੀਂ ਸਕਦੇ, ਅੱਖ ਤੋਂ ਪਰੇ ਗੱਲ ਚਲੀ ਜਾਂਦੀ ਹੈ। ਉਹ ਜਿਹੜਾ ਨਾਮ ਨਿਰੰਜਨ ਕਹਿਤਾ, ਕਹਿੰਦੇ ਜਿਹੜਾ ਨਿਰੰਜਨ ਦਾ ਨਾਮ ਹੈ ਤੇ ਉਹਦੀ ਜਿਹੜੀ ਮੂਰਤ ਹੈ ਉਹ ਸੂਖਮ ਹੈ। ਕਾਇਆ ਕਾ ਆਕਾਰ, ਤੇ ਉਹਦੀ ਕਾਇਆ ਦਾ ਆਕਾਰ ਵੀ ਸੂਖਸ਼ਮ ਹੈ। ਨਿਰੰਜਨ ਹੈ, ਨਿਰੰਜਨ ਦਾ ਅਰਥ ਹੁੰਦਾ ਹੈ ਮਾਇਆ ਤੋਂ ਪਰੇ ਹੈ। ਸਰੀਰ ਤਾਂ ਮਾਇਆ ਤੋਂ ਪਰੇ ਹੈ, ਭਾਵੇਂ ਸਰੀਰ ਦੇ ਉੱਪਰ ਤੇ ਮਾਇਆ ਦਾ ਪ੍ਰਭਾਵ ਨਹੀਂ, ਨਾ ਸਰੀਰ ਨੇ ਜੰਮਣਾ, ਨਾ ਮਰਨਾ, ਨਾ ਆਉਣਾ, ਨਾ ਜਾਣਾ, ਹੈ ਬਹੁਤ ਸੂਖਸ਼ਮ ਹੈ ਮੂਰਤੀ। ਬਾਣੀ ਚ ਮੂਲ ਮੰਤਰ ਵਿੱਚ ਮਹਾਰਾਜ ਨੇ ਕਿਹਾ ਸੀ ਅਕਾਲ ਮੂਰਤ, ਇਹਨਾਂ ਨੇ ਕਿਹਾ ਸੂਖਮ ਮੂਰਤ। ਅਕਾਲ ਮੂਰਤ, ਸੂਖਮ ਮੂਰਤ, ਉਹ ਮੂਰਤੀ ਜਿਹੜੀ ਕਾਲ ਦੀ ਪਕੜ ਵਿੱਚ ਨਹੀਂ ਹੈ। ਮੂਰਤ ਹੈ ਪਰ ਕਾਲ ਦੀ ਪਕੜ ਚ ਨਹੀਂ। ਇੱਥੇ ਕਿਹਾ ਸੂਖਮ ਮੂਰਤ। ਨਾਮ ਨਿਰੰਜਨ ਦਾ ਕਾਇਆ ਕਾ ਆਕਾਰ,
ਤੇ ਕਾਇਆ ਦਾ ਆਕਾਰ, ਹੁਣ ਕਾਇਆ ਦਾ ਆਕਾਰ ਹੁੰਦਾ ਹੈ, ਆ ਜਿਵੇਂ ਸਾਡੀ ਕਾਇਆ ਇਹਦਾ ਆਕਾਰ ਹੈ, ਉਹ ਇਸ ਤਰ੍ਹਾਂ ਸੂਖਮ ਕਾਇਆ ਦਾ ਆਕਾਰ ਮੰਨ ਕੇ ਉਹਨੂੰ ਧਿਆਉਂਦੇ ਨੇ। ਤੇ ਰੱਬ ਦੀ ਕਾਇਆ ਹੁੰਦੀ ਹੈ ਬੜੀ ਸੂਖਸ਼ਮ ਹੁੰਦੀ ਹੈ, ਤੇ ਉਹਨਾਂ ਦੀ ਆਪਣੇ ਵਿਚਾਰਧਾਰਾ। ਹੁਣ ਚੌਥੇ ਨੰਬਰ ਤੇ ਆਉਣਾ ਕਿ ਜੀ ਸਤਿਆ ਮਨ ਸੰਤੋਖ ਉਪਜੈ ਦੇਣਾ ਕੈ ਵਿਚਾਰ। ਇੱਕ ਹੁਣ ਗੁਰੂ ਸਾਹਿਬ ਕਹਿੰਦੇ ਇਹਨਾਂ ਤੋਂ ਬਾਅਦ ਇੱਕ ਅੱਗੇ ਹੋਰ ਚੱਲ ਰਹੀ ਹੈ, ਇੱਕ ਹੋਰ ਤਰ੍ਹਾਂ ਦੇ ਇੱਥੇ ਮਨੁੱਖ ਨੇ ਜਿਹੜੇ ਬੜੇ ਧਨਵਾਨ ਨੇ, ਸਤਵਾਦੀ ਦਾਨੀ ਕਹਾਉਂਦੇ ਨੇ ਬੜੇ ਵੱਡੇ ਵੱਡੇ, ਉਹਨਾਂ ਦੇ ਮਨ 'ਚ ਸੰਤੋਖ ਉਪਜੈ। ਸੰਤੋਖ ਪੈਦਾ ਹੁੰਦਾ ਵੀ ਉਹ ਦੇਣਾ ਕੈ ਵਿਚਾਰ, ਕਹਿੰਦੇ ਵੀ ਅਸੀਂ ਕੁਝ ਦਈਏ, ਅਸੀਂ ਰੱਬ ਨੂੰ ਧਰਮ ਦੇ ਨਾਂ ਤੇ ਕੁਝ ਦਈਏ, ਕੁਝ ਦਾਨ ਕਰੀਏ, ਰੱਬ ਨੂੰ ਧਰਮ ਨੂੰ ਧਾਰਮਿਕ ਮੰਦਿਰਾਂ ਵਿੱਚ ਕੁਝ ਭੇਟਾ ਕੀਤਾ ਜਾਏ, ਦਾਨ ਕੀਤਾ ਜਾਏ, ਦੇਣਾ ਕੈ ਵਿਚਾਰ, ਇਸ ਤਰ੍ਹਾਂ ਦੇ ਵਿਚਾਰ ਕਰਦੇ ਨੇ। ਔਰ ਬੇਨਤੀ ਕਰਾਂ, ਦੇਣ ਦੀ ਵਿਚਾਰ ਤੋਂ ਪਹਿਲਾਂ ਮਨ 'ਚ ਸੰਤੋਖ ਹੋਣਾ ਬਹੁਤ ਜ਼ਰੂਰੀ ਹੈ। ਸੰਤੋਖ ਤੋਂ ਬਿਨਾਂ ਦਾਨ ਵੀ ਨਹੀਂ ਦਿੱਤਾ ਜਾ ਸਕਦਾ। ਜਿੰਨਾ ਕੁ ਤੁਹਾਡੇ 'ਚ ਸੰਤੋਖ ਹੁੰਦਾ ਹੈ ਉਤਨਾ ਕੁ ਤੁਸੀਂ ਦਾਨ ਦਿੰਦੇ ਚਲੇ ਜਾਂਦੇ ਹੋ। ਜੇ ਕੋਈ ਬਹੁਤ ਬੜਾ ਦਾਨੀ ਹੈ ਨਾ ਸੰਸਾਰ ਵਿੱਚ ਮਾਇਆਵੀ ਤੌਰ ਤੇ, ਸੰਤੋਖ ਤਾਂ ਹੋਏਗਾ, ਪਰ ਹੁਣ ਗੁਰੂ ਸਾਹਿਬ ਕਹਿੰਦੇ ਇੱਕ ਗੱਲ ਧਿਆਨ ਰੱਖਿਓ, ਹੋ ਸਕਦਾ ਤੇ ਉਲਟ ਵੀ ਕੁਝ ਹੋਵੇ। ਹੁਣ ਉਹ ਪੱਖ ਗੁਰੂ ਸਾਹਿਬ ਨੇ ਸਾਹਮਣੇ ਲੈ ਕੇ ਆਂਦਾ। ਸਤੀ ਦਾ ਅਰਥ ਹੁੰਦਾ ਦਾਨੀ, ਦਾਨ ਦੇਣ ਵਾਲਾ, ਸਤਵਾਦੀ ਬੰਦਾ ਜਿਹਦੇ ਮਨ 'ਚ ਥੋੜਾ ਬਹੁਤਾ ਸੰਤੋਖ ਵੀ ਉਪਜਦਾ, ਦੇਣਾ ਕੈ ਵਿਚਾਰ। ਪਰ ਅੱਗੇ ਕਹਿੰਦੇ ਫਿਰ ਉਹ ਇੱਕ ਪਾਸੇ ਫੇਰ ਮਾਇਆ ਵੱਲ ਮੁੜਦਾ, ਦੇ ਦੇ ਮੰਗਿਆ ਸਹਿਸਾ ਗੁਣਾ ਸ਼ੋਭ ਕਰੇ ਸੰਸਾਰ। ਉਹ ਕਹਿੰਦੇ ਦੇ ਤਾਂ ਰਿਹਾ, ਪਰ ਜਦੋਂ ਕੁਝ ਦਿੰਦਾ ਨਾ, ਦਾਨ ਦਿੰਦਾ, ਦਾਨ ਦੇ ਕੇ ਨਾਲ ਹੀ ਕੁਝ ਮੰਗਦਾ ਵੀ ਹੈ, ਤੇ ਮੰਗਦਾ ਕਿੰਨਾ? ਸਹਿਸਾ ਗੁਣਾ, ਹਜ਼ਾਰਾਂ ਗੁਣਾ। 1 ਰੁਪਈਆ ਦਿੱਤਾ ਤੇ 1000 ਰੁਪਈਆ ਮੰਗ ਲਿਆ, ਲੱਖ ਦਿੱਤਾ ਤੇ ਕਰੋੜ ਮੰਗ ਲਿਆ। ਇਹਨੂੰ ਕਹਿੰਦੇ ਨੇ ਵੀ ਅਸਲ 'ਚ ਕਹਿੰਦੇ ਬਿਰਤੀ ਕੀ ਹੈ? ਬਿਰਤੀ ਵਪਾਰੀ ਹੋ ਚੁੱਕੀ ਹੈ, ਵਪਾਰ ਹੋਣਾ ਸ਼ੁਰੂ ਹੋ ਗਿਆ। ਧਰਮ ਦੇ ਵਿੱਚ ਮੈਂ ਬੇਨਤੀ ਕਰਾਂ, ਅੱਜ ਸਾਰੇ ਪਾਸੇ ਵਪਾਰ ਹੀ ਚੱਲ ਰਿਹਾ ਹੈ। ਕੋਈ ਮਤ ਲੈ ਲਓ, ਕੋਈ ਫਿਰਕਾ ਲੈ ਲਓ, ਕੋਈ ਧਰਮ ਲੈ ਲਓ, ਕੋਈ ਪੰਥ ਲੈ ਲਓ, ਸਭ ਪਾਸੇ ਧਰਮ ਅੱਜ ਵਪਾਰ ਬਣ ਚੁੱਕਿਆ ਹੈ। ਸਾਡੇ ਸਿੱਖ ਇਸ ਮਾਮਲੇ 'ਚ ਟੌਪ ਤੇ ਜਾ ਰਹੇ ਨੇ, ਸਿੱਖੀ ਟੌਪ ਤੇ ਜਾਰੀ ਵਪਾਰ ਕਰਨ 'ਚ, ਹਰ ਗੱਲ ਨਾਲ ਅਸੀਂ ਵਪਾਰ ਜੋੜ ਦਿੱਤਾ। ਕੋਈ ਤੁਸੀਂ ਕੁਝ ਲੈਣਾ, ਕੋਈ ਡਿਮਾਂਡ ਪੂਰੀ ਕਰਾਉਣੀ ਹੈ ਤੇ ਤੁਹਾਨੂੰ ਉੱਥੇ ਲਿਖਿਆ ਹੁੰਦਾ ਇੱਥੇ ਪਾਠ ਕਰਾਓ, ਇੰਨੇ ਦਿਨ ਦਾ ਇਸ਼ਨਾਨ ਕਰੋ, ਇੰਨੇ ਦਿਨ ਦੀਆਂ ਹਾਜ਼ਰੀਆਂ ਭਰੋ, ਇੰਨੀਆਂ ਚੌਂਕੀਆਂ ਭਰੋ, ਆਹ ਮੰਗ ਪੂਰੀ ਲਾਓ, ਆਹ ਚੱਕੋ ਜੀ। ਇਹਨੂੰ ਜਦੋਂ ਜਿੱਥੇ ਲੈਣ ਦੇਣ ਹੋਵੇ, ਵੀ ਕੁਝ ਦੇਣਾ ਤੇ ਕੁਝ ਲੈਣਾ, ਉਹਨੂੰ ਵਪਾਰ ਕਹਿੰਦੇ ਨੇ। ਲੈਣ ਦੇਣ ਦਾ ਅਰਥ ਹੀ ਵਪਾਰ ਹੁੰਦਾ ਹੈ। ਕੇਵਲ ਦੇਣਾ ਹੀ ਦੇਣਾ ਹੈ, ਭੇਟਾ ਹੀ ਕਰਨਾ ਹੈ, ਸਮਰਪਣ ਹੋ ਜਾਣਾ ਪੂਰਨ ਤਰ੍ਹਾਂ ਨਾਲ, ਉਹਨੂੰ ਪਿਆਰ ਕਹਿੰਦੇ ਨੇ। ਅੱਜ ਪਿਆਰ ਨਹੀਂ ਹੈ ਧਰਮ ਨਾਲ, ਅੱਜ ਸਾਡਾ ਧਰਮ ਨਾਲ ਵਪਾਰ ਹੋਣ ਲੱਗ ਪਿਆ। ਕਿਉਂਕਿ ਜਦੋਂ ਦਿੰਨੇ ਵੀ ਕੁਝ ਮੰਗਦੇ ਵੀ, ਦਿੱਤਾ ਕੀ ਹੈ ਫਿਰ? ਜੇ ਅਸੀਂ 10 ਰੁਪਏ ਲੈ ਕੇ 1000 ਮੰਗ ਲਏ, ਫਿਰ ਦਿੱਤਾ ਤਾਂ ਕੁਛ ਵੀ ਨਹੀਂ। ਅਸੀਂ ਤਾਂ 990 ਰੁਪਏ ਰੱਬ ਨੂੰ ਘਾਟਾ ਪਾਦਾ, ਬਲਕਿ ਉਹੀ ਗੋਲ ਕੇ 990 ਘੱਟ ਗਏ ਨਾ, ਜੇ 1000 ਉਹਨੇ ਦਿੱਤਾ, ਉਹਨੇ ਤੇ 10 ਹੀ ਮਿਲੇ। ਇਸ ਤਰ੍ਹਾਂ ਦਾ ਸਾਡਾ। ਤੇ ਫਿਰ ਅਗਲੀ ਗੱਲ ਹੋਰ ਦੇਖੋ, ਕਹਿੰਦੇ ਦੇ ਦੇ ਮੰਗਿਆ ਸਹਿਸਾ ਗੁਣਾ ਸ਼ੋਭ ਕਰੇ ਸੰਸਾਰ। ਫਿਰ ਕਹਿੰਦੇ ਇੱਥੇ ਬਸ ਨਹੀਂ, ਕਹਿੰਦਾ ਹੇ ਰੱਬਾ ਹੁਣ ਸੰਸਾਰ ਮੇਰੀ ਸ਼ੋਭਾ ਵੀ ਕਰੇ, ਵੀ ਮੈਂ ਬਹੁਤ ਕੁਝ ਦਿੱਤਾ, ਮੈਂ ਬੜਾ ਵੱਡਾ ਦਾਨੀ ਆ, ਲੋਕ ਕਰ ਲੋਗਾ। ਆਹ ਹਾਲਾਤ ਬਣ ਚੁੱਕੇ ਨੇ। ਤੇਰਾ ਦਿੱਤਾ ਹੋਇਆ, ਕਿਉਂਕਿ ਸਾਰਾ ਕੁਝ ਤਾਂ ਤੂੰ ਦਿੱਤਾ ਹੈ, ਤੇਰੇ ਤੋਂ ਲਿਆ, ਥੋੜਾ ਜਿਹਾ ਤੈਨੂੰ ਦੇਤਾ, ਉਹਦੇ ਬਦਲੇ 1000 ਗੁਣਾ ਹੋਰ ਲੈਣ ਦੀ ਇੱਛਾ ਰੱਖ ਲਈ, ਤੇ ਨਾਲ ਇਹ ਵੀ ਕਰੇ ਵੀ ਸੰਸਾਰ ਮੇਰੀ ਸ਼ੋਭਾ ਕਰੇ, ਵੀ ਮੈਂ ਬਹੁਤ ਕੁਝ ਦਿੱਤਾ, ਮੈਂ ਬਹੁਤ ਵੱਡਾ ਦਾਨੀ ਆ। ਕਾਰਪੋਰੇਟ ਬਣ ਗਏ ਅਸੀਂ ਵੀ ਘੱਟ ਨਹੀਂ ਕਾਰਪੋਰੇਟਾਂ ਤੋਂ, ਵਪਾਰੀਆਂ ਤੋਂ ਘੱਟ ਨਹੀਂ। ਵਪਾਰ ਧਰਮ ਦੇ ਵਿੱਚ ਵਪਾਰ ਬਹੁਤ ਖਤਰਨਾਕ ਹੁੰਦਾ ਹੈ। ਧਰਮ ਦਾ ਵਪਾਰ ਸਭ ਤੋਂ ਭੈੜਾ ਹੁੰਦਾ ਹੈ। ਅੱਜ ਸੰਸਾਰ ਧਰਮ ਦੇ ਵਪਾਰ ਦਾ ਹੀ ਨਤੀਜਾ ਭੁਗਤ ਰਿਹਾ ਹੈ। ਆਪੋ ਧਾਪੀ ਪਈ ਹੈ, ਆਪਸ ਵਿੱਚ ਫਟ ਚੁੱਕੇ ਆ, ਟੁੱਟ ਚੁੱਕੇ ਆ। ਮਨੁੱਖ ਮਨੁੱਖ ਦਾ ਵੈਰੀ ਹੈ, ਧਰਮ ਧਰਮ ਦਾ ਵੈਰੀ ਹੋ ਗਿਆ, ਧਾਰਮਿਕ ਇਨਸਾਨ ਦਾ ਵੈਰੀ ਹੈ, ਆਗੂਆਂ ਦੇ ਵੈਰੀ ਨੇ, ਪ੍ਰਧਾਨਾਂ ਦੇ ਵੈਰੀ ਨੇ, ਗ੍ਰੰਥੀਆਂ ਦੇ ਰਾਗੀਆਂ ਦੇ, ਪੁਜਾਰੀਆਂ ਦਾ ਵੈਰੀ ਹੈ। ਕਿਉਂ? ਕਿਉਂਕਿ ਵਪਾਰ ਬਣ ਗਿਆ ਸਾਰਾ ਕੁਝ। ਮਾਇਆ ਵਾੜਦੀ ਅਸੀਂ ਵਿੱਚ, ਜ਼ਹਿਰ ਲੈ ਆਂਦੀ ਵਿੱਚ ਧਰਮ ਦੇ। ਧਰਮ ਅੰਮ੍ਰਿਤ ਹੈ, ਧਰਮ ਨਾਮ ਹੈ, ਧਰਮ ਸੱਚ ਹੈ, ਧਰਮ ਦੁੱਧ ਹੈ, ਪਰ ਅਸੀਂ ਕੋਈ ਕਸਰ ਨਹੀਂ ਛੱਡੀ ਇਹਨੂੰ ਜ਼ਹਿਰ ਬਣਾਉਣ ਦੇ ਵਿੱਚ। ਨਤੀਜਾ ਅਸੀਂ ਭੁਗਤ ਰਹੇ ਹਾਂ।
ਧਾਰਮਿਕ ਸਥਾਨਾਂ ਤੇ ਬੇਅਦਬੀਆਂ ਹੋ ਰਹੀਆਂ ਨੇ, ਕੁਕਰਮ ਹੋ ਰਹੇ ਨੇ, ਪਖੰਡ ਹੋ ਰਹੇ ਨੇ, ਅਡੰਬਰ ਹੋ ਰਹੇ ਨੇ। ਗੁਰੂ ਸਾਹਿਬ ਨੂੰ ਉਦੋਂ ਵੀ ਕਹਿਣਾ ਪੈ ਗਿਆ ਸੀ, ਸ਼ਰਮ ਧਰਮ ਦੇ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲੱਲੋ। ਝੂਠ ਪ੍ਰਧਾਨ ਬਣ ਕੇ ਘੁੰਮ ਰਿਹਾ ਤੇ ਸ਼ਰਮ ਧਰਮ ਲੁਕੇ ਹੋਏ ਨੇ। ਨਾ ਸ਼ਰਮ ਹੈ ਨਾ ਧਰਮ, ਉਹਦੇ ਵਿਚਾਰੇ ਡਰਦੇ ਮਾਰੇ ਲੁਕ ਗਏ। ਕੂੜ ਅਮਾਵਸ ਸੱਚ ਚੰਦਰਮਾ, ਧਰਮ ਪੰਖ ਕਰ ਉੱਡ ਰਿਹਾ, ਧਰਮ ਤੇ ਖੰਭ ਲੈ ਕੇ ਉੱਡ ਗਿਆ। ਧਰਮ ਤੇ ਹੈ ਕਿੱਥੇ ਅੱਜ? ਧਾਰਮਿਕ ਅਸਥਾਨ ਨੇ ਸਾਡੇ ਕੋਲ, ਧਿਆਨ ਵਿੱਚ ਰੱਖਿਓ। ਹੁਣ ਇਹ ਨਾ ਕੋਈ ਕਹੇ ਲੈ ਜੀ ਇੰਨੇ ਗੁਰਦੁਆਰੇ, ਇੰਨੇ ਮੰਦਿਰ, ਇੰਨੀਆਂ ਮਸਜਿਦਾਂ। ਸਾਡੇ ਕੋਲ ਧਾਰਮਿਕ ਅਸਥਾਨ ਨੇ, ਧਰਮ ਧੁਰਮ ਕੋਈ ਨਹੀਂ ਹੈ ਸਾਡੇ ਕੋਲ। ਧਰਮ ਦੀਆਂ ਗੱਲਾਂ ਨੇ ਜਾਂ ਫਿਰ ਧਾਰਮਿਕ ਅਸਥਾਨ ਹੋਣੇ, ਧਰਮ ਦੀ ਗੱਲ ਹੋਣੀ ਤੇ ਧਰਮ ਹੋਣਾ, ਬਹੁਤ ਵੱਡਾ ਅੰਤਰ ਇਹਨਾਂ ਗੱਲਾਂ ਵਿੱਚ। ਕਿਉਂਕਿ ਜਿਹਦੇ ਪੱਲੇ ਧਰਮ ਆ ਜਾਂਦਾ ਨਾ, ਜਿਸ ਕਿਸੇ ਦੇ ਇੰਡੀਵਿਜੂਅਲੀ ਜਿਹੜਾ ਆਪਣੇ ਧਰਮ ਨੂੰ ਕਮਾਉਣ ਲੱਗ ਪਏਗਾ, ਜਿਹਦੇ ਅੰਦਰ ਧਰਮ ਚਲਾ ਜਾਏਗਾ, ਧਾਰਮਿਕ ਬਿਰਤੀ ਅੰਦਰੋਂ ਬਣੇਗੀ, ਉਹ ਇਹਨਾਂ ਸਾਰੇ ਉਹ ਤੇ ਬਲਕਿ ਮੰਦਿਰ ਮਸਜਿਦ ਗੁਰਦੁਆਰੇ ਦੇ ਚੱਕਰ ਚੋਂ ਵੀ ਬਾਹਰ ਨਿਕਲ ਜਾਂਦਾ। ਉਹ ਕਿਸੇ ਜੰਜਾਲ 'ਚ ਵੀ ਨਹੀਂ ਫਸਦਾ, ਨਾ ਮਾਇਆ 'ਚ ਫਸੇ, ਨਾ ਧਾਰਮਿਕ ਪਖੰਡਾਂ 'ਚ ਫਸੇ, ਨਾ ਅਡੰਬਰਾਂ 'ਚ ਫਸੇ, ਕਿਸੇ ਚੱਕਰ 'ਚ ਨਹੀਂ ਫਸਦਾ। ਕਿਉਂਕਿ ਬੋਧ ਹੀ ਇੰਨਾ ਹੋ ਜਾਂਦਾ, ਗਿਆਨ ਹੋ ਜਾਂਦਾ, ਕਪਾਟ ਖੁੱਲ ਜਾਂਦੇ ਨੇ। ਉਹਨੂੰ ਪਤਾ ਲੱਗ ਜਾਂਦਾ ਸਾਰਾ ਕੁਝ ਤੇ ਅਡੰਬਰ ਬਣ ਕੇ ਲੋਕਾਂ ਨੂੰ ਲੁੱਟਣ ਦਾ ਸਾਧਨ ਬਣਿਆ ਹੈ। ਮੈਂ ਬਹੁਤ ਵਾਰੀ ਬੇਨਤੀ ਕਰਦਾ ਨਾ, ਧਰਮ ਸਾਡੇ ਡਰ ਦੂਰ ਕਰਨ ਵਾਸਤੇ ਸੀ, ਡਰ ਮਿਟਾਉਣ ਵਾਸਤੇ ਸੀ। ਅੱਜ ਧਰਮ ਨਾਲ ਡਰ ਪਾਇਆ ਜਾਂਦਾ ਹੈ। ਧਰਮ ਦੇ ਰਾਹੀਂ ਸਾਨੂੰ ਲਾਲਚੀ ਬਣਨਾ ਸਿਖਾਇਆ ਜਾਂਦਾ ਹੈ। ਧਰਮ ਤੇ ਅੱਜ ਦਾ ਧਰਮ ਨਾ ਕਹਾ, ਮੈਂ ਇਹਨੂੰ ਇਸ ਤਰ੍ਹਾਂ ਕਹਿ ਲਈਏ, ਅੱਜ ਸਾਡੀ ਬਿਰਤੀ ਧਰਮ ਨੂੰ ਜਾਂ ਧਰਮ ਰਾਹੀਂ ਸਾਨੂੰ ਲਾਲਚੀ ਬਣਾ ਰਹੀ ਹੈ। ਵੀ ਤੁਸੀਂ ਜੋ ਲੈਣਾ ਬਸ ਇੱਥੇ ਆ ਕੇ ਆਹ ਕਰ ਦਿਓ, ਇੰਨਾ ਦਾਨ ਦੇ ਦਿਓ, ਇੰਨੀਆਂ ਚੌਂਕੀਆਂ ਪਾ ਦਿਓ, ਸਭ ਮਿਲਦਾ ਹੈ। ਬੰਦਾ ਕਹਿੰਦਾ ਸਭ ਮਿਲਦਾ, ਫਿਰ ਇੱਥੇ ਚਲੋ ਜਿੱਥੇ ਸਭ ਮਿਲਦਾ। ਲਾਲਚ ਖਤਮ ਕਰਨਾ ਸੀ, ਮਨ ਦੀਆਂ ਭੁੱਖਾਂ ਮਾਰਨੀਆਂ ਸਨ, ਅਸੀਂ ਜਗਾ ਦਿੱਤੀਆਂ ਮਨ ਦੀਆਂ ਭੁੱਖਾਂ। ਲੱਗਣੀ ਤਾਂ ਚਾਹੀਦੀ ਸੀ ਸੱਚ, ਨਾਮ ਕੀ ਲੱਗ ਗਿਆ, ਭੁੱਖ ਉਹ ਤਾਂ ਖਤਮ ਹੋ ਗਈ। ਕਰੋੜਾਂ ਚੋਂ ਕੋਈ ਵਿਰਲਾ ਹੋਏਗਾ, ਮੈਂ ਨਹੀਂ ਹਾਂ, ਤੁਹਾਡੇ ਚ ਕੋਈ ਹੋਵੇ ਤੇ ਉਹਦੇ ਚਰਨਾਂ ਚ ਪ੍ਰਣਾਮ ਹੈ। ਗੁਰੂ ਮਿਹਰ ਕਰੇ ਤੁਸੀਂ ਸਾਰੇ ਹੋ, ਮੈਂ ਨਹੀਂ ਹਾਂ। ਅਸੀਂ ਕਦੋਂ ਧਰਮ ਦੇ ਧਾਰਮਿਕ ਅਸਥਾਨ ਤੇ, ਗੁਰਦੁਆਰੇ, ਮੰਦਿਰ, ਮਸਜਿਦ, ਚਰਚ, ਬੋਧ, ਮੱਠ, ਕਿਤੇ ਵੀ ਸੱਚੇ ਨਾਮ ਕੀ ਭੁੱਖ ਲੈ ਕੇ ਗਏ ਵੀ ਭੁੱਖ ਲੱਗੀ ਹੈ ਮੈਨੂੰ ਨਾਮ ਦੀ, ਮੈਨੂੰ ਨਾਮ ਦੇ। ਜਿਹੜਾ ਗਿਆ ਉਹਨੂੰ ਮੁਬਾਰਕ। ਪੇਟ ਦੀ ਭੁੱਖ ਕਰਕੇ ਲੰਗਰ ਵਾਸਤੇ ਬਹੁਤ ਵਾਰੀ ਗਏ ਆ, ਇੱਕ ਸੱਚ ਹੈ, ਇਹ ਕਬੂਲ ਕਰਦੇ ਆ। ਡੋਲੂ ਵੀ ਲੈ ਕੇ ਗਏ ਬਹੁਤ ਵਾਰੀ, ਲਿਫਾਫੇ ਵੀ ਭਰਾ ਕੇ ਲਿਆਏ ਆ। ਨਾਮ ਦਾ ਕਿਣਕਾ ਵੀ ਨਹੀਂ ਲੈ ਕੇ ਆਏ। ਕਿਣਕਾ ਇੱਕ ਜਿਸ ਜੀ ਬਸਾਵੇ, ਉਹ ਕਿਣਕਾ ਵੀ ਨਹੀਂ ਲਿਆਂਦਾ। ਜੇ ਜੋੜੀ ਵਸਤ ਲੈ ਕੇ ਆਉਣੀ ਸੀ, ਜਿਹੜੀ ਆਪਾਂ ਕੱਲ ਗੱਲ ਕੀਤੀ ਸੀ, ਜਾਗੋ ਆਏ ਸੋਈ ਵਿਹਾਜੋ, ਉਹ ਤਾਂ ਵਿਹਾਜੀ ਨਹੀਂ, ਹੋਰ ਹੀ ਕੁਛ ਇਕੱਠਾ ਕਰਨ ਲੱਗ ਗਏ ਸੀ। ਤੇ ਕੂੜ ਕਬਾੜ ਇਕੱਠਾ ਕਰਨ ਲੱਗ ਗਿਆ। ਸੰਸਾਰ ਵਿੱਚ ਵੀ ਤੇ ਧਾਰਮਿਕ ਸਥਾਨਾਂ ਤੇ ਜਾ ਕੇ ਵੀ ਕੁਛ ਲੱਭਿਆ। ਜਦੋਂ ਹੁਣ ਧਾਰਮਿਕ ਸਥਾਨਾਂ ਤੇ ਚੁਗਲੀ, ਨਿੰਦਾ, ਚੋਰੀ, ਚਕਾਰੀ, ਐਬ, ਫਰੇਬ, ਛਲ, ਕਪਟ, ਝੂਠ ਹੋਵੇ, ਉਹ ਸਾਰਾ ਕੀ ਹੈ? ਮਨ ਦਾ ਕੂੜ ਕਬਾੜ। ਇੱਕ ਕਬਾੜ ਸਾਡੇ ਘਰਾਂ 'ਚ ਹੁੰਦਾ, ਇੱਕ ਮਨ ਦੇ ਵਿੱਚ ਵੀ ਹੁੰਦਾ। ਮਨ ਦਾ ਕੂੜ ਕਬਾੜ ਬਹੁਤ ਖਤਰਨਾਕ ਹੈ, ਬਾਹਰ ਦਾ ਕੂੜ ਕਬਾੜ ਤੇ ਬਹੁਤ ਕੰਮ ਆਉਂਦਾ। ਛੋਡੋ ਪੁਰਾਣੀ ਕੂੜ ਕਬਾੜਾ, ਕਹਿੰਦੇ ਕੂੜ ਕਬਾੜ ਛੱਡਦੇ ਆ ਜਿਹੜਾ ਚੱਕੀ ਫਿਰਦਾ ਤੋਂ। ਸ਼ੋਭ ਕਰੇ ਸੰਸਾਰ, ਇਸ ਬਿਰਤੀ ਚੋਂ ਬਾਹਰ ਨਿਕਲ। ਸੰਸਾਰ ਦੀ ਸ਼ੋਭਾ ਨੇ ਅੱਜ ਤੱਕ ਕਿਸੇ ਦਾ ਕੁਝ ਨਹੀਂ ਸਵਾਰਿਆ। ਦੁਨੀਆ ਕੀਆਂ ਵਡਿਆਈਆਂ ਬੈਸੰਤਰ ਪਾਗੋਂ, ਜਿੱਤ ਮਿਲਿਆ ਪਿਆਰਾ ਆਪਣਾ ਤੇ ਬੋਲ ਕਰਾਕੋਂ। ਕਹਿੰਦੇ ਦੁਨੀਆ ਦੀਆਂ ਵਡਿਆਈਆਂ ਅੱਗ ਨਾਲ ਸਾੜ ਦੇਣੀਆਂ ਚਾਹੀਦੀਆਂ ਨੇ। ਜਦੋਂ ਕੋਈ ਤੁਹਾਡੀ ਜੈ ਜੈਕਾਰ ਕਰੇ, ਉਹਨੂੰ ਕਹੇ ਪਾਸੇ ਹੋ ਜਾ, ਬਿਲਕੁਲ ਨਹੀਂ ਕਰਨੀ। ਜੇ ਕਰਨੀ ਹੈ ਗੁਰੂ ਦੀ ਕਰ, ਮੇਰੀ ਕਰਨ ਦੀ ਲੋੜ ਨਹੀਂ। ਦੁਨੀਆ ਕੀਆਂ ਵਡਿਆਈਆਂ ਅੱਗੇ ਛੇਤੀ ਜਾਲ, ਇਹਨੇ ਜਲੀ ਨਾਮ ਨੂੰ ਵਿਸਾਰਿਆ, ਇੱਕ ਨਾ ਚੱਲੀ ਨਾਲ। ਕਹਿੰਦੇ ਇਹ ਵਡਿਆਈਆਂ ਹੀ ਨਹੀਂ ਤੇ ਨਾਮ ਵਿਸਾਰਤਾ, ਇਹਨਾਂ ਨਹੀਂ ਤੇ ਨਾਮ ਭੁਲਾਇਆ, ਇਹਨਾਂ ਨਹੀਂ ਤੇ ਗੁਰੂ ਭੁਲਾਇਆ। ਆਪਣੀ ਵਡਿਆਈ ਆਪਣੀ ਚੌਧਰ ਕਰਾ ਰਹੇ ਆ ਗੁਰਦੁਆਰਿਆਂ ਦੇ ਵਿੱਚ ਵੀ, ਮੰਦਿਰਾਂ 'ਚ। ਗੁਰਦੁਆਰਿਆਂ 'ਚ ਤੇ ਹੋ ਰਹੀ ਹੈ, ਮੰਦਿਰਾਂ ਦੀ ਗੱਲ ਮੈਂ ਕੀ ਕਰਾਂ ਕਰ। ਤਾਂ ਹੀ ਮਹਾਰਾਜ ਨੇ ਕਿਹਾ ਸੀ, ਕਾਲ ਨਾਹੀਂ ਜੋਗ ਨਾਹੀਂ, ਨਾ ਹੀ ਸਤ ਕਾ ਢੱਬ, ਥਨਸਟ ਜਗ ਭ੍ਰਿਸ਼ਟ ਹੋਏ ਡੂਬਤਾ ਵਿਜਗ। ਥਨਸਟ ਦਾ ਅਰਥ ਹੁੰਦਾ ਧਾਰਮਿਕ ਅਸਥਾਨ ਸਾਰੇ ਭ੍ਰਿਸ਼ਟ ਹੋ ਗਏ। ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਜਗਨਨਾਥਪੁਰੀ 'ਚ ਉਚਾਰਿਆ ਸੀ।
ਥਨਸਤ ਜਗ ਭ੍ਰਿਸ਼ਟ ਹੋਏ ਡੂਬਤਾ ਹੈ ਜਗ, ਕਹਿੰਦੇ ਜਗ ਡੁੱਬ ਰਿਹਾ। ਕੀ ਕਰੋਗੇ ਤੁਸੀਂ? ਕਿੱਥੋਂ ਧਰਮ ਲੱਭੋਗੇ ਅੱਜ? ਧਾਰਮਿਕ ਅਸਥਾਨ ਚੰਗੀ ਗੱਲ ਹੈ ਹੋਵੇ, ਪਰ ਉਹਦੀ ਵੈਲਿਊ ਤਾਂ ਹੈ, ਉਹਦੀ ਤੁਹਾਡਾ ਸਾਰਾ ਕੁਝ ਕਰਮ ਕੀਤਾ ਤਾਂ ਸਫਲ ਹੈ ਜੇ ਉੱਥੇ ਜਾ ਕੇ ਧਰਮ ਕਮਾਇਆ ਜਾਏ ਜਾਂ ਉੱਥੋਂ ਧਰਮ ਮਿਲੇ। ਬਹੁਤੇ ਧਾਰਮਿਕ ਸਥਾਨਾਂ ਤੇ ਕਹਿੰਦੇ ਕਥਾ ਦੀ ਲੋੜ ਹੀ ਨਹੀਂ ਜੀ, ਕਥਾ ਦੀ ਲੋੜ ਹੀ ਨਹੀਂ, ਕਥਾ ਹੋਣੀ ਨਹੀਂ ਚਾਹੀਦੀ। ਕਈਆਂ ਦਾ ਕੀਰਤਨ ਬਣਦਾ, ਕਈ ਥਾਂ ਤੇ ਨਿਤਨੇਮ ਬਣਦਾ, ਕਹਿੰਦੇ ਸਵੇਰੇ ਦਰਵਾਜ਼ਾ ਖੋਲ੍ਹੋ ਸ਼ਾਮੀ ਬੰਦ ਕਰ ਦਿਓ, ਸਤਿਨਾਮ ਸ਼੍ਰੀ ਵਾਹਿਗੁਰੂ। ਰੱਬ ਦੇ ਘਰ ਵਿੱਚ ਰੱਬ ਦੀ ਗੱਲ ਨਹੀਂ ਹੋਣ ਦਿੱਤੀ ਜਾ ਰਹੀ। ਹੋਰ ਤੁਸੀਂ ਦੱਸੋ ਇਹ ਤੋਂ ਬਾਅਦ ਕੀ ਕਰੋਗੇ? ਘਰ ਰੱਬ ਦਾ ਹੈ, ਘਰ ਗੁਰੂ ਦਾ ਹੈ, ਤੇ ਗੁਰੂ ਦੀ ਗੱਲ ਨਹੀਂ ਕਰਨੀ। ਹੋਰ ਜਗ ਭ੍ਰਿਸ਼ਟ ਕਿਵੇਂ ਹੁੰਦੇ ਨੇ? ਪਿਛਲੇ ਦਿਨਾਂ ਵਿੱਚ ਆਈਆਂ ਖਬਰਾਂ ਸਾਡੇ ਸਾਹਮਣੇ ਨੇ। ਕੀ ਕਰੋਗੇ ਤੁਸੀਂ? ਸੋ ਇਸ ਕਰਕੇ ਹੁਣ ਕਰਨਾ ਕੀ ਪਏਗਾ? ਕਰਨਾ ਇਹ ਹੈ ਵੀ ਅਸੀਂ ਧਰਮ ਨੂੰ ਪਰਸਨਲੀ ਇੰਡੀਵਿਜੂਅਲੀ ਕਮਾਈਏ, ਕਿਸੇ ਦੇ ਸਹਾਰੇ ਰਹਿਣ ਦੀ ਲੋੜ ਨਹੀਂ। ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ। ਗੁਰਬਾਣੀ ਸਾਡੇ ਅੱਜ ਸਭ ਦੇ ਕੋਲ ਹੈ ਜੀ। ਜੇ ਘਰ ਦੇ ਵਿੱਚ ਤੁਹਾਡੇ ਪੋਥੀ ਸਾਹਿਬ ਨੇ, ਗੁਟਕਾ ਨਹੀਂ, ਨਿੱਕਾ ਪਾਠ ਪੋਥੀ ਦਾ ਜਾਂ ਆਦਿ ਬੀੜ ਨਹੀਂ ਹੈ, ਸੰਥਾ ਸੱਚੀ, ਤਾਂ ਵੀ ਨਹੀਂ ਤਾਂ ਮੋਬਾਈਲ 'ਚ ਹੈ, ਇੰਟਰਨੈਟ ਤੇ ਪਈ ਹੈ। ਗੁਰਬਾਣੀ ਪੜ੍ਹੋ, ਸਮਝੋ, ਵਿਚਾਰੋ ਤੇ ਉਹਦੇ ਮੁਤਾਬਿਕ ਚੱਲਣ ਵਾਸਤੇ ਯਤਨਸ਼ੀਲ ਹੋਈਏ। ਮਨੋ ਯਤਨਸ਼ੀਲ ਹੋਈਏ, ਚਲਾਓ ਆਪੇ ਲਏਗਾ। ਯਤਨਸ਼ੀਲ ਹੋਣਾ ਬਹੁਤ, ਅਸੀਂ ਯਤਨਸ਼ੀਲ ਨਹੀਂ ਹਾਂ। ਪੜ੍ਹਨ ਤੱਕ ਸੀਮਤ ਆ, ਕੋਈ ਇਹ 'ਚ ਕੋਈ ਘੱਟ ਨਹੀਂ। ਪੜ੍ਹ ਰਹੇ ਹਾਂ, ਸਹਿਜ ਪਾਠ ਹੋ ਰਹੇ ਨੇ, ਇਹ 'ਚ ਵੀ ਕੋਈ ਕਮੀ ਨਹੀਂ ਹੈ, ਪਰ ਉਹਦੀ ਕਮਾਈ ਵਾਸਤੇ ਯਤਨਸ਼ੀਲ ਨਹੀਂ ਹਾਂ। ਕਮਾਉਣ ਵਾਸਤੇ ਨਾ, ਉਹਨੂੰ ਆਪਣੀ ਲਾਈਫ 'ਚ ਪ੍ਰੈਕਟੀਕਲ ਕਰਨ ਵਾਸਤੇ ਅਸੀਂ ਤਿਆਰ ਨਹੀਂ ਹਾਂ। ਇਮਾਨਦਾਰੀ ਨਾਲ ਆਪਣੇ ਆਪ ਨੂੰ ਆਪਾਂ ਸਭ ਨੇ ਪੁੱਛਣਾ ਹੈ। ਮੈਂ ਆਪ ਨੂੰ ਪੁੱਛਾਂ, ਤੁਸੀਂ ਸਾਰੇ ਆਪਣੇ ਆਪ ਨੂੰ ਪੁੱਛੋ। ਧਾਰਮਿਕ ਸਥਾਨ ਜਿੱਥੇ ਮਰਜ਼ੀ ਚਲੀ ਜਾਓ, ਇਹਨੂੰ ਵੀ ਅਮਰੀਕਾ, ਕੈਨੇਡਾ, ਇੰਗਲੈਂਡ ਦੇ ਗੁਰਦੁਆਰੇ ਬਹੁਤ ਵਧੀਆ ਬਣ ਗਏ, ਵੱਡੇ ਬਣ ਗਏ ਜੀ। ਉੱਥੋਂ ਦੇ ਸਿੱਖ ਬੜੇ ਅਮੀਰ ਹੋ ਗਏ। ਸੋਚ ਤੇ ਉਹੀ ਹੈ ਨਾ, ਰਾਵਣ ਵਾਲੀ, ਕਲਯੁਗ ਵਾਲੀ ਸੋਚ ਤੇ ਉਹੀ ਲੈ ਕੇ ਗਏ ਨੇ ਇੱਥੋਂ ਹੀ। ਸੋਚ ਨਹੀਂ ਬਦਲੀ, ਦੇਸ਼ ਬਦਲ ਗਿਆ, ਧਰਤੀ ਬਦਲ ਗਈ, ਸੋਚ ਨਹੀਂ ਬਦਲੀ। ਇਹ ਗੱਲ ਮੈਂ ਕਿਉਂ ਕਹਿ ਰਿਹਾ? ਕਿਉਂਕਿ ਇਹ ਮੇਰਾ ਆਪਣਾ ਪ੍ਰੈਕਟੀਕਲ ਹੈ। ਉੱਥੇ ਵੀ ਲੜਾਈਆਂ ਝਗੜੇ ਨੇ ਬਲਕਿ ਵੱਧ ਨੇ, ਕੁਰਸੀਆਂ ਪਿੱਛੇ, ਚੌਧਰਾਂ ਪਿੱਛੇ ਲੜਾਈਆਂ ਇੱਥੋਂ ਨਾਲੋਂ ਬਲਕਿ ਜ਼ਿਆਦਾ ਨੇ। ਡਾਂਗੋ ਡਾਂਗੀ ਉੱਥੇ ਅਸੀਂ ਧਾਰਮਿਕ ਸਥਾਨਾਂ ਤੇ ਜ਼ਿਆਦਾ ਹੋ ਰਹੇ ਹਾਂ। ਦਿਖਾਵਾ ਉੱਥੇ ਵੀ ਬਹੁਤ ਹੈ, ਧਰਮ ਨਹੀਂ ਹੈ। ਦੇਸ਼ ਬਦਲਣ ਨਾਲ ਧਰਮ ਨਹੀਂ ਬਦਲਦਾ ਹੁੰਦਾ, ਸੋਚ ਬਦਲਣ ਨਾਲ ਸਾਡਾ ਜੀਵਨ ਬਦਲਦਾ ਹੁੰਦਾ ਹੈ। ਸੋਚ ਬਦਲਣੀ ਪਏਗੀ। ਜਿਹਨੇ ਸੋਚ ਬਦਲ ਲਈ, ਉਹ ਪਿੰਡ 'ਚ ਬੈਠਾ ਵੀ ਤੇ ਅਮਰੀਕਾ, ਕੈਨੇਡਾ 'ਚ ਬੈਠੇ, ਦੋਵੇਂ ਇੱਕ ਬਰਾਬਰ ਹੈ। ਦੋਵਾਂ ਦੇ ਚਰਨਾਂ 'ਚ ਪ੍ਰਣਾਮ ਹੈ। ਜਿਹੜੇ ਸੋਚ ਬਦਲ ਕੇ ਗੁਰੂ ਵਾਲੇ ਹੋ ਗਏ, ਉਹ ਕਿਤੇ ਵੀ ਬੈਠਾ ਹੋਵੇ। ਸੋਚ ਵਿੱਚ ਗੁਰਮਤ ਆਉਣੀ ਜ਼ਰੂਰੀ ਹੈ। ਗੁਰੂ ਦਾ ਗਿਆਨ ਸੋਚ ਵਿੱਚ, ਪ੍ਰਕਾਸ਼ ਸਾਡੇ ਅੰਦਰ ਹੋਣਾ ਜ਼ਰੂਰੀ ਹੈ। ਹੁਣ ਆਪਾਂ ਇਸ ਪੰਕਤੀ ਨਾਲ ਆਪਣੇ ਆਪ ਨੂੰ ਜੋੜ ਕੇ ਵੇਖੀਏ। ਦੇ ਦੇ ਮੰਗਿਆ ਸਹਿਸਾ ਗੁਣਾ ਸ਼ੋਭ ਕਰੇ ਸੰਸਾਰ। ਵੀ ਦਿੰਨੇ ਅਸੀਂ ਵੀ ਬਹੁਤ ਕੁਝ ਆ, ਪਰ ਮੰਗਦੇ ਵੀ ਆ। ਜੇ ਮੰਗਦੇ ਆ ਫਿਰ ਸਾਡੀ ਗੱਲ ਹੈ, ਸ਼ੋਭ ਕਰੇ ਸੰਸਾਰ, ਤਾਂ ਸਾਡੀ ਗੱਲ ਹੋ ਰਹੀ ਹੈ। ਹੁਣ ਕੀ ਕਰੀਏ? ਫਿਰ ਸਾਨੂੰ ਹੋਰ ਖੋਜ ਕਰਨੀ ਪਏਗੀ। ਪਤਾ ਲੱਗਿਆ ਵੀ ਗੁਰੂ ਸਾਹਿਬ ਇਹ ਕਹਿ ਰਹੇ ਨੇ, ਤੇਰੋ ਕੀਆ ਤੁਝੇ ਕਿਆ ਅਰਪੋ, ਨਾਮ ਤੇਰਾ ਤੂੰ ਹੀ ਚਵਰ ਢੁਲਾਰੇ। ਵੀ ਇਹ ਪਾਤਸ਼ਾਹ ਕਮਾਲ ਹੈ, ਮੈਨੂੰ ਤੇ ਸੋਝੀ ਨਹੀਂ ਸੀ। ਅਸਲ 'ਚ ਸਾਰਾ ਕੁਝ ਤੇਰਾ ਕੀਤਾ, ਤੇਰਾ ਦਿੱਤਾ, ਮੈਂ ਤੈਨੂੰ ਕੀ ਦੇ ਸਕਦਾ? ਇੱਕ ਬੱਚਾ ਮਾਂ ਬਾਪ ਤੋਂ ਲੈ ਕੇ ਆਖੇ ਵੀ ਆ ਲੈ ਮੈਂ ਤੈਨੂੰ ਕੁਝ ਦੇ ਰਿਹਾ, ਕੀ ਦੇ ਸਕਦਾ? ਲਿਆ ਕਿਤੋਂ ਹੈ? ਇਸ ਨੁਕਤੇ ਨੂੰ ਸਮਝਣਾ ਪੈਣਾ। ਸਾਡੇ ਕੋਲ ਸਾਡਾ ਕੁਝ ਵੀ ਨਹੀਂ, ਜਾਂ ਸਾਡਾ ਸਰੀਰ ਹੀ ਨਹੀਂ, ਬਾਕੀ ਗੱਲਾਂ ਸਾਰੀਆਂ ਛੱਡ ਦਿਓ। ਸਰੀਰ ਵੀ ਉਹਦੀ ਦਾਤ ਹੈ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਤੇ ਫਿਰ ਕਿਹਦੀ ਕਿਰਪਾ ਨਾਲ ਇਸ ਸੁੰਦਰ ਰੂਪ ਬਣਿਆ? ਸਾਰਾ ਕੁਝ ਉਹਦਾ। ਅਸੀਂ ਮੰਗਣਾ ਨਹੀਂ, ਜੋ ਮੰਗਣਾ ਉਹ ਮੰਗ ਨਹੀਂ ਰਹੇ। ਜਿਹਦੀ ਲੋੜ ਉਹਦੀ ਡਿਮਾਂਡ ਰੋਜ਼ ਹੋ ਰਹੀ ਹੈ। ਇੱਥੇ ਸਮੱਸਿਆ ਪੈਦਾ ਹੋ ਰਹੀ ਹੈ ਸਾਨੂੰ। ਸ਼ੋਭ ਕਰੇ ਸੰਸਾਰ। ਹੁਣ ਜਿਹੜਾ ਆਮ ਸੰਸਾਰੀ ਬੰਦਾ ਹੁੰਦਾ, ਜਿਹਨੇ ਪੈਸੇ ਨੂੰ, ਮਾਇਆ ਨੂੰ, ਸੰਸਾਰੀ ਵਡਿਆਈਆਂ ਨੂੰ ਮੁੱਖ ਰੱਖਿਆ, ਉਹ ਤੇ ਫਿਰ ਕਹਿੰਦੇ ਆਹੀ ਕੁਛ ਕਰਦਾ। ਉਹ ਕਹਿੰਦਾ ਵੀ ਮੈਂ ਬੜਾ ਵੱਡਾ ਦਾਨੀ ਆ ਜੀ, ਮੈਂ ਬਹੁਤ ਵੱਡਾ ਦਾਨ ਦੇ ਦਿੱਤਾ ਤੇ ਮੇਰੀ ਹੁਣ ਸ਼ੋਭਾ ਕਰੋ।
ਇੱਕ ਬੇਨਤੀ ਹੋਰ ਆਪਾਂ ਕਈ ਵਾਰੀ ਸਾਂਝੀ ਕੀਤੀ ਹੋਈ ਕਿ ਜਿਹੜੀਆਂ ਪਹਿਲਾਂ ਤੋਂ ਕਾਫੀ ਸੰਗਤਾਂ ਪੁਰਾਣੀਆਂ ਜੁੜੀਆਂ ਹੋਈਆਂ ਨੇ, ਦਾਨ ਦੇਣ ਤੇ ਭੇਟਾ ਕਰਨ ਚ ਅੰਤਰ ਹੁੰਦਾ ਹੈ। ਧਾਰਮਿਕ ਸਥਾਨ ਤੇ ਜਦੋਂ ਵੀ ਕੁਝ ਦੇਣਾ ਹੈ, ਜਾਂ ਇੰਝ ਕਹਿ ਲਈਏ ਜਾਂ ਸਾਡੇ ਰਾਹੀਂ ਮਹਾਰਾਜ ਨੇ ਕੋਈ ਸੇਵਾ ਲੈਣੀ ਹੈ, ਉਹਨੂੰ ਇਹ ਕਿਹਾ ਕਰੀ ਵੀ ਅਸੀਂ ਕੁਝ ਭੇਟ ਕਰਨ ਆਏ ਆ, ਦਾਨ ਨਹੀਂ ਦੇਣ ਆਏ। ਗੁਰੂ ਸਾਹਿਬ ਕੁਝ ਭੇਟਾ ਲੈ ਕੇ ਆਏ ਆ, ਭੇਟ ਕੀਤਾ, ਕਿਉਂਕਿ ਦਾਨ ਦਿੱਤਾ ਜਾਂਦਾ ਹੈ ਆਪਣੇ ਤੋਂ ਛੋਟੇ ਨੂੰ। ਦਾਨ ਜਦੋਂ ਦੇਣਾ ਆਪਣੇ ਤੋਂ ਛੋਟੇ ਨੂੰ ਦਾਨ ਮੰਨਿਆ ਜਾਂਦਾ ਹੈ, ਮੰਨਦੇ ਨੇ ਦੁਨੀਆ 'ਚ। ਇੱਕ ਗੱਲ ਹੈ, ਇਹ ਸਹੀ ਗੱਲ ਹੈ ਵੀ ਜੇ ਤੇ ਛੋਟੇ ਨੂੰ ਦੇਣਾ ਉੱਥੇ ਕਹਿ ਸਕਦੇ ਹੋ ਵੀ ਦਾਨ ਦਿੱਤਾ, ਪਰ ਜੇ ਵੱਡੇ ਨੂੰ ਦੇਣਾ ਹੈ ਤੇ ਭੇਟਾ ਹੁੰਦੀ ਹੈ। ਹੁਣ ਜੇ ਅਸੀਂ ਕਹਿੰਦੇ ਗੁਰਦੁਆਰੇ ਜਾਂ ਮੰਦਿਰ 'ਚ ਦਾਨ ਦੇ ਕੇ ਫਿਰ ਅਸੀਂ ਵੱਡੇ ਹੋ ਗਏ, ਗੁਰਦੁਆਰਾ ਮੰਦਿਰ ਛੋਟਾ ਹੋ ਗਿਆ। ਇਹ ਪਾਪ, ਇਹ ਗੁਨਾਹ, ਇਹ ਅਸੀਂ ਜਾਣੇ ਕਮਾ ਰਹੇ ਹਾਂ ਜਾਂ ਕਰ ਰਹੇ ਹਾਂ। ਇਸ ਕਰਕੇ ਦਾਨ ਹੁੰਦਾ ਹੀ ਨਹੀਂ, ਦਾਨ ਹੁੰਦਾ ਗੁਣਾਂ ਦਾ। ਬਾਣੀ 'ਚ ਆਇਆ ਸ਼ਬਦ ਦਾਨ, ਕਹਿੰਦੇ ਕਰੋ, ਕਿਹੜਾ ਕਰੋ? ਮਾਘ ਮੱਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰਿ ਕਾ ਨਾਮ ਧਿਆਏ, ਸੁਣ ਸਭਨਾਂ ਨੂੰ ਕਰ ਦਾਨ। ਆਹ ਦਾਨ ਕਰ, ਹਰੀ ਦੇ ਨਾਮ ਨੂੰ ਧਿਆਓ, ਸੁਣੋ, ਸਮਝੋ ਤੇ ਅੱਗੇ ਦਾਨ ਕਰੋ ਸਭਨਾਂ ਨੂੰ, ਫਿਰ ਇਹਨੂੰ ਵੰਡੋ। ਇਹ ਦਾਨ ਵੰਡਣਾ ਵੀ ਹੈ ਕਿ ਕੋਲ ਦੀ ਰੱਖਣਾ। ਇਹ ਦਾਨ ਕਰੋ ਸਾਰੇ, ਪੁੰਨ ਵੀ ਕਰੋ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਪੁੰਨ ਕੀ ਹੈ? ਕਹਿੰਦੇ ਕੱਲ ਦੇ ਵਿੱਚ ਗੋਬਿੰਦ ਦੇ ਗੁਣ ਗਾਉਣੇ ਸਭ ਤੋਂ ਵੱਡਾ ਪੁੰਨ ਹੈ। ਨਾਮ ਸਮਝਣਾ ਸਮਝਾਉਣਾ ਇਹ ਦਾਨ ਹੈ। ਖਾਵੇ ਖਰਚਾ ਰਲ ਮਿਲ ਭਾਈ, ਤੋਟ ਨਾ ਵੇ ਵੱਧ ਹੋ ਜਾਈ। ਸਭ ਕੁਝ ਉਲਟ ਹੋ ਰਿਹਾ ਸਾਡੀ ਸੰਸਾਰੀ ਭਾਸ਼ਾ 'ਚ। ਸੰਸਾਰ ਦੇ ਵਿੱਚ ਅਸਲ 'ਚ ਹੁੰਦਾ ਹੀ ਉਲਟ ਹੈ। ਹੁਣ ਸੰਸਾਰ ਦੇ ਵਿੱਚ ਤਾਂ ਉਲਟ ਹੋ ਰਿਹਾ ਸਾਰਾ ਕੁਝ। ਜਦੋਂ ਤੁਸੀਂ ਇਸ ਉਲਟ ਨੂੰ ਛੱਡ ਕੇ ਇਹ ਤੋਂ ਉਲਟ ਚੱਲੋਗੇ, ਭਾਵ ਦੁਨੀਆ ਇੱਧਰ ਨੂੰ ਜਾ ਰਹੀ, ਅਸੀਂ ਇੱਧਰ ਚੱਲਾਂਗੇ ਨਾ, ਇਹਨਾਂ ਦੇ ਮੁਤਾਬਿਕ, ਆਹ ਲੋਕਾਂ ਦੇ ਮੁਤਾਬਿਕ ਜਿਹੜੇ ਇੱਧਰ ਨੂੰ ਜਾ ਰਹੇ, ਇਹਨਾਂ ਨੇ ਕਹਿਣਾ ਵੀ ਆਹ ਉਲਟ ਹੋ ਗਿਆ, ਇਹ ਉਲਟਾ ਹੋ ਗਿਆ, ਪੁੱਠਾ ਚੱਲ ਪਿਆ। ਬਾਣੀ ਕਹਿੰਦੇ ਬਸ ਇਹ ਪੁੱਠੀ ਚਾਲ ਤੈਨੂੰ ਚੱਲਣੀ ਪਏਗੀ। ਉਲਟੀ ਰੇ ਮਨ ਉਲਟੀ ਰੇ, ਸਾਖਤ ਸਿਉ ਕਰ ਉਲਟੀ ਰੇ। ਆਹ ਉਲਟੀ ਕਰ ਰਹੇ, ਕਹਿੰਦੇ ਜੇ ਕਰ ਰਹੇ। ਉਲਟੀ ਦਾ ਅਰਥ ਤੁਹਾਨੂੰ ਵੋਮਿਟਿੰਗ ਨਹੀਂ ਹੈ, ਉਲਟੀ ਦਾ ਅਰਥ ਹੈ ਚਾਲ ਉਲਟੀ ਕਰ, ਆਪਣੀ ਮੱਤ ਉਲਟੀ ਕਰ ਸੰਸਾਰ ਤੋਂ, ਸੰਸਾਰੀ ਲੋਕਾਂ ਤੋਂ, ਸੰਸਾਰ ਦੇ ਕਰਮਕਾਂਡਾਂ ਤੋਂ, ਸੰਸਾਰੀ ਅਡੰਬਰਾਂ ਤੋਂ ਆਪਣੇ ਆਪ ਨੂੰ ਉਲਟਾ ਕਰ ਲੈ। ਜਦੋਂ ਉਹ ਤੋਂ ਉਲਟ ਹੋਏਗਾ ਤੂੰ ਆਪੇ ਸਿੱਧਾ ਹੋ ਗਿਆ। ਇਹ ਕਰਨਾ ਅਸੀਂ। ਭਗਤਾਂ ਨੇ ਆਹੀ ਕੀਤਾ ਸੀ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਤੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ, ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ। ਉਲਟੀ ਚਾਲ ਕਰ ਗਏ ਆਪਣੀ। ਉਹ ਉੱਤਮ ਲਿਖਿਆ ਵੀਰ ਜੀ ਨੇ, ਉੱਤਮ ਦਾ ਅਰਥ ਇਸ ਤੇ ਸ੍ਰੇਸ਼ਟ ਹੁੰਦਾ ਹੈ, ਉਲਟੇ ਦਾ ਅਰਥ ਹੁੰਦਾ ਆਪੋਜ਼ਿਟ। ਆਪੋਜ਼ਿਟ ਵੀ ਮੇਰੇ ਖਿਆਲ ਪ੍ਰੋਪਰ ਸਹੀ ਸ਼ਬਦ ਨਹੀਂ ਹੈ, ਉਹ ਸਾਹਮਣੇ ਹੁੰਦਾ ਬਿਲਕੁਲ ਦੂਸਰੇ ਪਾਸੇ। ਬਸ ਜਿੱਧਰ ਦੁਨੀਆ ਜਾਂਦੀ ਹੈ ਤੁਸੀਂ ਉਹ ਨਹੀਂ ਜਾਣਾ, ਜੋ ਦੁਨੀਆ ਕਰਦੀ ਉਹ ਨਹੀਂ ਕਰਨਾ, ਉਲਟਾ ਕਰਨਾ, ਬਸ ਤੁਸੀਂ ਆਪੇ ਸਿੱਧੇ ਹੋ ਗਏ। ਅਸੀਂ ਦੁਨੀਆ ਵਾਂਗ ਆਹ ਕੁਛ ਨਹੀਂ ਕਰਨਾ ਜਿਹੜਾ ਇੱਥੇ 4 ਪੰਕਤੀਆਂ ਵਿੱਚ ਆ ਗਿਆ। ਇਹ ਉਹਨਾਂ ਦੀ ਵਿਚਾਰਧਾਰਾ ਦੱਸ ਦਿੱਤੀ ਹੁਣ। ਪਰ ਹਕੀਕਤ ਹੈ ਜਦੋਂ ਜਦੋਂ ਮਾਇਆ ਵਧੀ ਹੈ, ਪਦਾਰਥ ਵਧੇ ਨੇ, ਧਨ ਦੌਲਤ ਵਧਿਆ, ਸੰਸਾਰੀ ਸੁੱਖ ਸਹੂਲਤਾਂ ਵਧੀਆਂ, ਬੰਦੇ ਦੇ ਅੰਦਰ ਧਰਮ ਘਟਿਆ ਹੈ। ਅੱਜ ਧਰਮ ਨਹੀਂ ਹੈ। ਇਹ ਗੱਲ ਸਾਨੂੰ ਭਾਵੇਂ ਕੌੜੇ ਮਨ ਨਾਲ ਕਰ ਲਓ, ਭਾਵੇਂ ਮਿੱਠੇ ਨਾਲ ਪ੍ਰਵਾਨ ਕਰਨੀ ਪੈਗੀ। ਧਰਮ ਨਹੀਂ ਹੈ ਸਾਡੇ ਕੋਲ। ਧਰਮ ਹੋਣਾ ਕਮਾਉਣਾ, ਮੈਂ ਫਿਰ ਬੇਨਤੀ ਕਰਾਂ, ਧਰਮੀ ਦੇਖਣਾ ਤੇ ਧਰਮੀ ਹੋਣਾ, ਇਹਦਾ ਵੀ ਅੰਤਰ ਹੁੰਦਾ ਹੈ। ਧਰਮੀ ਦਿਖ ਰਹੇ ਅੱਜ, ਦਿਖਣ ਵਾਲਿਆਂ ਦੇ ਕੋਈ ਘਾਟ ਨਹੀਂ ਹੈ, ਕਮੀ ਨਹੀਂ, ਭੀੜ ਬੜੀ ਹੈ ਦਿਖਣ ਵਾਲਿਆਂ ਦੀ। ਪਰ ਜਿਹੜੇ ਅਸਲ ਚ ਧਰਮੀ ਹਨ, ਹੋ ਸਕਦਾ ਨਾ ਦਿਖਦੇ ਹੋਣ, ਕਿਉਂਕਿ ਜਦੋਂ ਅੰਦਰ ਧਰਮ ਆ ਜਾਂਦਾ ਦਿਖਾਵਾ ਵੀ ਨਹੀਂ ਕਰਦਾ ਨਾ, ਦਿਖਾਵਾ ਛੱਡ ਦਿੰਦਾ। ਬੇਨਤੀ ਹੈ, ਇੱਥੇ ਸਮਾਂ ਸਮਾਪਤ ਹੋਣ ਵਾਲਾ ਹੈ। ਵਿਦਨ ਕੁਝ ਸੈਕਿੰਡ ਦੇ ਵਿੱਚ ਹੀ ਮੀਟਿੰਗ ਬੰਦ ਹੋਏਗੀ। ਸਾਰੀ ਸੰਗਤ ਨੂੰ ਬੇਨਤੀ ਦੁਬਾਰਾ ਆ ਜਾਓ, ਆਪਾਂ ਨਾਲ ਹੀ ਇਹਨੂੰ ਸ਼ੁਰੂ ਕਰਦੇ ਹਾਂ ਤੇ ਅਗਲੇ ਦੇ ਜੋ ਵੀ ਹੈ ਪੱਖ ਨੇ ਆਪਾਂ ਹੋਰ ਜ਼ਿਆਦਾ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਨਾਲ ਹੀ ਬੇਨਤੀ, ਕਿਸੇ ਨੇ ਸਵਾਲ ਜਵਾਬ ਕਰਨਾ ਹੋਏ ਤੇ ਜ਼ਰੂਰ ਕਰ ਲਿਓ, ਕੁਝ ਸੁਝਾਅ ਦੇਣਾ ਹੋਏ ਤਾਂ ਜ਼ਰੂਰ ਦਿਓ ਜੀ। ਹੁਣੇ ਮੀਟਿੰਗ ਬੰਦ ਹੋਗੀ, ਪਲੀਜ਼ ਨਾਲ ਸਾਰੀ ਸੰਗਤ ਜੁੜਨ ਦੀ ਕਿਰਪਾਲਤਾ ਕਰੇ। ਧਰਮ ਦਾ ਐਕਚੁਅਲ ਜਿਹੜਾ ਮੀਨਿੰਗ ਹੈਗਾ ਸੀਗਾ ਉਹ ਹੁੰਦਾ ਸੀਗਾ ਪ੍ਰਿੰਸੀਪਲ, ਲੇਕਿਨ ਅਸੀਂ ਉਹਨੂੰ ਰਿਲੀਜਨ, ਅਗਰ ਪ੍ਰਿੰਸੀਪਲ ਹੋਵਾਂਗੇ ਤਾਂ ਅਸੀਂ ਪ੍ਰੋਪਰਟੀ ਚੱਲਾਂਗੇ, ਜਾਂ ਰਿਲੀਜੀਅਸ ਹੋ ਜਾਵਾਂਗੇ ਤੇ ਰਿਚੁਅਲਿਸਟਿਕ ਹੋ ਜਾਵਾਂਗੇ। ਅਸੀਂ ਮੈਂ ਕਹਿ ਰਿਹਾ ਸੀਗਾ, ਮੈਂ ਬੜੇ ਸਾਰੇ ਜਨਤਾ ਜਾਂਦੇ ਹੁੰਦਾ ਹੈ, ਧਰਮ ਦਾ ਹੁੰਦਾ ਹੈ ਮਤਲਬ ਪ੍ਰਿੰਸੀਪਲ, ਲੇਕਿਨ ਅਸੀਂ ਧਰਮ ਨੂੰ ਬਣਾ
ਬਣਾ ਲਿਆ ਰਿਲੀਜਨ। ਹਾਂਜੀ, ਤਾਂ ਕਰਕੇ ਨਾ ਉਹਦਾ ਮੇਨ ਜਿਹੜਾ ਐਸੈਂਸ ਸੀਗਾ ਜਾਂ ਫੇਥ ਸੀਗਾ ਖਤਮ ਹੋ ਗਿਆ, ਔਰ ਰਿਲੀਜੀਅਸ ਕਰਕੇ ਉਹਦਾ ਅਸੀਂ ਰਿਚੁਅਲਿਸਟਿਕ ਹੋ ਗਏ। ਮਤਲਬ ਕਹਿੰਦੇ ਨਾ ਜਿਹੜਾ ਰੋਜ਼ ਗੁਰਦੁਆਰੇ ਜਾਣਾ, ਰੋਜ਼ ਇਹ ਕਰਨਾ, ਉਹ ਰੋਜ਼ ਕਰਨਾ, ਚਲੀਏ ਚੁੱਕਣਾ, ਇਹ ਕਰਨਾ, ਜਦਕਿ ਸਾਨੂੰ ਹੋਣਾ ਸੀਗਾ ਪ੍ਰਿੰਸੀਪਲ। ਬਿਲਕੁਲ ਤਾਈ ਤਾਈ ਹੈ ਨਾ ਮੇਰੀ ਗੱਲ। ਹਾਂਜੀ, ਜਿਹੜਾ ਸਿਮਰੋ ਗੁਰਮਤ ਵਿੱਚ ਵਿਚਾਰਧਾਰਾ ਨੂੰ ਪ੍ਰਧਾਨਗੀ ਦਿੱਤੀ ਹੈ। ਦੇਖੋ ਇੱਥੇ ਉਹ ਕਹਿੰਦਾ ਆ ਗਿਆਨ ਤਾਂ ਧਰਮ ਹੈ। ਧਰਮ ਕਿੱਥੇ ਹੁੰਦਾ? ਕਹਿੰਦੇ ਜਿੱਥੇ ਗਿਆਨ ਹੋਊਗਾ ਨਾ, ਸੋਝੀ ਹੋਊਗੀ, ਸਟੀਕ ਜਾਣਕਾਰੀ ਸਹੀ ਸੱਚ ਦੀ, ਉੱਥੇ ਧਰਮ ਹੋਊਗਾ। ਜੇ ਗਿਆਨ ਨਹੀਂ ਤਾਂ ਪਖੰਡ ਹੋ ਸਕਦਾ, ਧਰਮ ਨਹੀਂ ਹੋ ਸਕਦਾ। ਉਹਨੂੰ ਗਿਆਨ ਕੀ ਪ੍ਰਿੰਸੀਪਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ। ਬਿਲਕੁਲ ਜੀ, ਬਿਲਕੁਲ। ਜਿਹੜੇ ਹੁਣ ਸਾਰੀ ਗੁਰਬਾਣੀ ਚ ਕੀ ਹੁਣ ਪ੍ਰਿੰਸੀਪਲ ਹੀ ਨੇ। ਮਹਾਰਾਜ ਨੇ ਪ੍ਰਿੰਸੀਪਲ ਦੱਸਿਆ ਨਾ, ਸਾਨੂੰ ਇਹ ਕੁਝ ਸਿਖਾਇਆ। ਸਿੱਖਣ ਅਸੀਂ ਸਕੂਲ ਚ ਕੀ ਜਾਂਦੇ ਹਾਂ? ਸਕੂਲ ਚ ਇਮਾਰਤ ਕੋਈ ਵੀ ਹੋਵੇ ਕੋਈ ਫਰਕ ਨਹੀਂ ਪੈਂਦਾ, ਨਾ ਵੀ ਹੋਵੇ ਇਮਾਰਤ, ਖੁੱਲੇ ਚ ਬਹਿ ਜਾਈਏ ਤਾਂ ਵੀ ਫਰਕ ਨਹੀਂ ਪੈਂਦਾ। ਵਰਦੀ ਪਾਈ ਹੈ ਨਹੀਂ ਪਾਈ ਕੋਈ ਫਰਕ ਨਹੀਂ ਪੈਂਦਾ। ਟੀਚਰ ਗੱਡੀ ਮਰਸੀਡੀਜ਼ ਚ ਆ ਰਿਹਾ ਕਿ ਸਾਈਕਲ ਤੇ ਆ ਰਿਹਾ ਕੋਈ ਫਰਕ ਨਹੀਂ ਪੈਂਦਾ। ਫਰਕ ਉੱਥੇ ਪੈਂਦਾ ਵੀ ਉਹ ਸਾਨੂੰ ਸਹੀ ਸਟੀਕ ਪੜ੍ਹਾਈ ਪੜ੍ਹਾ ਰਿਹਾ ਜਾਂ ਨਹੀਂ, ਸਾਨੂੰ ਕੁਝ ਗਲਤ ਤਾਂ ਨਹੀਂ ਪੜ੍ਹਾ ਰਿਹਾ। ਸਾਨੂੰ ਪੜ੍ਹਾਈ ਦੇ ਨਾਂ ਤੇ ਉੱਥੇ ਕਿਤੇ ਗੱਲਾਂ ਚ ਨਹੀਂ ਫੁੱਕੀਆਂ, ਇੱਧਰ ਉੱਧਰ ਕਥਾ ਕਹਾਣੀਆਂ ਸੁਣਾ ਕੇ ਜਾ ਰਿਹਾ। ਉਹ ਸਕੂਲ ਹੋਵੇ ਇੰਟਰਨੈਸ਼ਨਲ, 50,000 ਰੁਪਈਆ ਉਹਦੀ ਇੱਕ ਮਹੀਨੇ ਦੀ ਹੋਵੇ, ਮੰਨ ਲਓ ਬੇਸ, ਤੇ ਰੂਲ ਐਂਡ ਰੈਗੂਲੇਸ਼ਨ ਹੁਣ ਬਹੁਤ ਜ਼ਿਆਦਾ ਟਫ, ਬੜਾ ਡਿਫੀਕਲਟ, ਵੀ ਆਮ ਬੰਦਾ ਅਫੋਰਡ ਹੀ ਨਾ ਕਰ ਸਕੇ ਉਹਨੂੰ। ਪਰ ਜਦੋਂ ਪੜ੍ਹਾਈ ਦੀ ਗੱਲ ਆਵੇ ਤਾਂ ਪਤਾ ਲੱਗੇ ਵੀ ਪੜ੍ਹਾਈ ਤਾਂ ਉੱਥੇ ਜ਼ੀਰੋ ਹੈ, ਤੇ ਉਹਨਾਂ ਚੀਜ਼ਾਂ ਦੀ ਕੀ ਵੈਲਿਊ ਰਹੇਗੀ? ਵੀ ਪੜ੍ਹਾਈ ਤਾਂ ਉੱਥੇ ਹੁੰਦੀ ਨਹੀਂ। ਜਾਂ ਤਾਂ ਜੋ ਦੁਪਹਿਰੇ ਫਿਲਮਾਂ ਦਿਖਾ ਦਿੰਦੇ ਨੇ, ਸਵੇਰੇ ਜੋਕ ਸੁਣਾ ਦਿੰਦੇ ਨੇ, ਸ਼ਾਮ ਨੂੰ ਇੱਕ ਅੱਧੀ ਕਿਤਾਬ ਕਹਿੰਦੇ ਨੇ, ਕਿਤਾਬ ਖੋਲਦੇ ਆ ਬੱਚਿਆਂ ਨੂੰ ਕਹਿੰਦੇ ਜਾਓ ਕੱਲ ਨੂੰ ਇਹ ਲੈਸਨ ਘਰੋਂ ਪੜ੍ਹ ਕੇ। ਤੁਸੀਂ ਕੀ ਕਰਾਇਆ ਫਿਰ? ਇਹ ਬਿਲਡਿੰਗ ਇਤਨੀ ਆਲੀਸ਼ਾਨ ਬਣਾਈ, ਇੰਨੀ ਮਹਿੰਗੀ ਫੀਸ ਲਈ, ਬੱਚਿਆਂ ਨੇ ਇੰਨੀਆਂ ਮਹਿੰਗੀਆਂ ਵਰਦੀਆਂ ਸਮਾਈਆਂ, 8-8 ਘੰਟੇ ਆਪਣੇ ਘਰੋਂ ਛੱਡਣ ਤੇ ਘਰ ਛੱਡ ਕੇ ਤੁਹਾਡੇ ਕੋਲ ਬੈਠੇ। ਤੁਸੀਂ ਕੀ ਪੜ੍ਹਾਇਆ ਫਿਰ? ਸਕੂਲ ਕਿਸ ਵਾਸਤੇ ਸੀ? ਧਾਰਮਿਕ ਸਥਾਨਾਂ ਤੇ ਇਹ ਕੁਛ ਹੋ ਰਿਹਾ ਹੈ, ਸੋਨਾ ਲੱਗ ਰਿਹਾ, ਪੱਥਰ ਲੱਗ ਰਿਹਾ, ਸੰਗਮਰਮਰ ਲੱਗ ਰਹੇ ਨੇ, ਬਿਲਡਿੰਗਾਂ ਤੇ ਕਰੋੜਾਂ ਰੁਪਇਆ ਲੱਗ ਰਿਹਾ, ਪੜ੍ਹਾਈ 1 ਰੁਪਈਏ ਦੀ ਨਹੀਂ ਹੋ ਰਹੀ। ਇਹਨੂੰ ਕਹਿੰਦੇ ਨੇ ਕਰਮ ਧਰਮ ਪਖੰਡ ਜੋ ਦਿਸ਼ਾ ਤਨ ਜੰਮ ਜਗਤੀ ਲੂਟ ਹੈ। ਪਖੰਡ ਹੋ ਰਹੇ ਸੀ, ਉਹ ਲੁੱਟ ਲੈਣੇ ਨੇ, ਖਤਮ ਨੇ, ਭਾਵ ਜ਼ੀਰੋ, ਉਹਨਾਂ ਦੀ ਵੈਲਿਊ ਕੋਈ ਨਹੀਂ। ਵੈਲਿਊ ਜਦੋਂ ਵੀ ਪਈ ਹੈ ਪੜ੍ਹਾਈ ਦੀ, ਗੁਣਾਂ ਦੀ ਤੇ ਪ੍ਰਿੰਸੀਪਲ ਦੀ ਪਈ ਹੈ। ਪ੍ਰਿੰਸੀਪਲ ਸਾਡੇ ਕੋਲ ਹੈ ਨਹੀਂ, ਗੁਣ ਸਾਡੇ ਕੋਲ ਹੈ ਨਹੀਂ, ਵਿਦਿਆ ਸਾਡੇ ਕੋਲ ਹੈ ਨਹੀਂ, ਐਜੂਕੇਸ਼ਨ ਹੈ ਨਹੀਂ। ਇਸੇ ਕਰਕੇ ਥਾਂ ਥਾਂ ਡੇਰਾਵਾਦ ਹੈ, ਥਾਂ ਥਾਂ ਧਰਮ ਦੇ ਨਾਂ ਤੇ ਦੁਕਾਨਾਂ ਖੁੱਲੀਆਂ, ਥਾਂ ਥਾਂ ਤੇ ਲੜਾਈਆਂ ਨੇ, ਝਗੜੇ ਨੇ, ਕਲੇਸ਼ ਨੇ, ਕਿਉਂਕਿ ਧਰਮ ਚੋਂ ਗਿਆਨ ਨਿਕਲ ਗਿਆ। ਧਰਮ ਪੰਖ, ਗਿਆਨ ਹੀ ਧਰਮ ਹੁੰਦਾ, ਉਹ ਹੈ ਨਹੀਂ ਤੇ ਧਰਮ ਪੰਖ ਕਰ ਉੱਡ ਰਿਹਾ। ਤਾਂ ਅਸਲ ਚ ਲੋੜ ਹੁੰਦੀ ਹੈ ਇਹਨਾਂ ਚੀਜ਼ਾਂ ਨੂੰ ਸਮਝਣ ਦੀ। ਤਾਂ ਹੁਣ ਸਮਝਾਉਣ ਵਾਲੇ ਪਾਸੇ ਨਾ ਮੇਰੇ ਕੋਲ ਪੱਲੇ, ਮੇਰੇ ਵਰਗੇ ਪੱਲੇ ਸਮਝਾਉਣ ਜੋਗਾ ਕੁਛ ਨਹੀਂ ਹੁੰਦਾ। ਸੰਗਤ ਕਹਿੰਦੀ ਵੀ ਸਮਝਾਉਣ ਵਾਲੇ ਦੇ ਪੱਲੇ ਵੀ ਨਹੀਂ, ਤੇ ਫਿਰ ਠੀਕ ਹੈ ਵੀ ਕੀਰਤਨ ਸੁਣ ਲਓ 2 ਘੰਟਾ, ਠੀਕ ਹੈ ਭਾਈ ਕੀਰਤਨ ਸੁਣ ਲਿਆ, ਸਤਿਨਾਮ ਵਾਹਿਗੁਰੂ, ਬੜਾ ਵਧੀਆ ਰਾਗੇ ਸੀ, ਬੜੀਆਂ ਵਧੀਆ ਟੂਨਾਂ ਗਏ, 8 ਵਜੇ ਆਨੰਦ ਬਣ ਗਿਆ। ਪਟਨਾ ਵਾਲਾ ਫਿਰ ਉੱਥੇ ਦਾ ਉੱਥੇ, ਸਮੱਸਿਆਵਾਂ ਉੱਥੇ ਖੜੀਆਂ ਨੇ ਸਾਡੀਆਂ, ਸਾਡੇ ਮਨ ਦੇ ਦੁੱਖ, ਚਿੰਤਾ, ਰੋਗ, ਸਾਡੇ ਹੋਰ ਪਤਾ ਨਹੀਂ ਕਿਹੜੇ ਨਿੱਕੀਆਂ ਨਿੱਕੀਆਂ ਗੱਲਾਂ ਦੇ ਜਿਹੜੇ ਉਹ ਨੇ ਸਮੱਸਿਆਵਾਂ ਨੇ, ਉਹ ਸਾਡੀਆਂ ਸੋਲਵ ਨਹੀਂ ਹੋ ਰਹੀਆਂ, ਜਿਹੜੀ ਕਿ ਬੜੀਆਂ ਸੌਖੀ ਹੋ ਜਾਣੀਆਂ ਚਾਹੀਦੀਆਂ ਸੀ। ਕਾਰਨ ਇਹ ਵੀ ਅਸੀਂ ਧਰਮ ਨੂੰ ਵੀ ਇੱਕ ਖੇਡ ਜਿਹੀ ਬਣਾ ਲਿਆ ਬਸ। ਧਰਮ ਅਸਲ ਚ ਸਾਨੂੰ ਅੰਦਰੋਂ ਬਦਲਦਾ ਹੈ। ਬਹੁਤ ਵਾਰੀ ਆਪਾਂ ਗੱਲ ਕਰਦੇ ਸਾਡੀ ਸੋਚ ਬਦਲਦਾ, ਸੋਚ ਤੇ ਅਟੈਕ ਕਰਦਾ ਧਰਮ। ਵਿਚਾਰਧਾਰਾ ਦਾ ਜਿਹੜਾ ਅਟੈਕ ਹੁੰਦਾ ਨਾ, ਗਿਆਨ ਦਾ ਅਟੈਕ ਹੁੰਦਾ, ਸਿੱਧਾ ਸੋਚ ਤੇ ਹੁੰਦਾ, ਮਨ ਤੇ ਹੁੰਦਾ, ਉਹ ਚੋਟ ਹੁੰਦੀ ਹੈ। ਕਬੀਰ ਜੀ ਨੇ ਤਾਂ ਕਿ ਅਸੀਂ ਚੋਟ ਸਹਾਰਾ ਸ਼ਬਦ ਕੀ, ਤਾਸ ਗੁਰੂ ਮੈਂ ਦਾਸ। ਕਹਿੰਦੇ ਜਿਹੜਾ ਸ਼ਬਦ ਦੀ, ਇਸ ਗੁਰਮਤ ਦੇ ਸ਼ਬਦ ਦੀ, ਗੁਰਮਤ ਦੇ ਗਿਆਨ ਦੀ ਚੋਟ ਸਹਿਜ ਹੈ ਨਾ, ਇਹਦਾ ਸੱਚ ਸਹਿਜ ਹੈ, ਇਹ ਸੱਚ ਨੂੰ ਕਬੂਲ ਕਰ ਲੈ, ਪ੍ਰਵਾਨ ਕਰ ਲੈ। ਕਹਿੰਦੇ ਮੈਂ ਉਹਨੂੰ ਆਪਣਾ ਗੁਰੂ ਮੰਨੂਗਾ ਤੇ ਮੈਂ ਉਹਦਾ ਦਾਸ ਬਣ ਜਾਊਂ। ਕਬੀਰ ਜੀ ਕਹਿੰਦੇ, ਕਿਉਂਕਿ ਪਤਾ ਵੀ ਸਹਿਣੀ ਬਹੁਤ ਔਖੀ ਹੈ, ਕਿਵੇਂ ਸਹਿ ਹੁੰਦੀ ਹੈਗੀ। ਉਹ ਪੁਰਾਣੇ ਟਾਈਮਾਂ 'ਚ ਕਿਹਾ ਕਰਦੇ ਸਨ ਵੀ ਗੁਰੂ ਦੀਆਂ ਗੱਲਾਂ ਤੇ ਮੂੰਹ ਤੇ ਚਪੇੜਾ ਵਾਂਗ ਨੇ, ਫਿਰ
ਫਿਰ ਸਿਆਣੇ ਕਹਿੰਦੇ ਭਾਈ ਸਾਹਿਬ ਗੁਰੂ ਸਾਹਿਬ ਵੀ ਹੁਣ ਬਹੁਤਾ ਸਮਾਂ ਨਹੀਂ ਪਿਆ ਹੁੰਦਾ, ਕਹਿੰਦੇ ਕਿਉਂ, ਕਹਿੰਦੇ ਚਪੇੜਾ ਮਾਰਾਂਗੇ ਤੁਹਾਡੀਆਂ ਗੱਲਾਂ ਨੇ, ਹੁਣ ਮੂੰਹ ਸਾਡਾ ਲਾਲ ਹੋ ਗਿਆ, ਚਪੇੜਾ ਸਹਿ ਨਹੀਂ ਹੁੰਦੀਆਂ, ਕੀ ਕਰੀਏ, ਕਹਿੰਦੇ ਚੱਲਿਆ ਘਰੇ, ਸਹਿ ਨਹੀਂ ਹੁੰਦੀਆਂ। ਜੀ ਹਾਂਜੀ ਸੌਰੀ ਮੈਂ ਵਿੱਚ ਇੰਟਰਪਟ ਕਰ ਰਿਹਾ। ਉਹ ਕਹਿੰਦੇ ਨਾ ਨਹੀਂ ਬੋਲ, ਸਿਆਣਿਆਂ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਨਾ ਉਹ ਬਿਲਕੁਲ ਆਵਲੇ ਵਰਗੀਆਂ ਹੁੰਦੀਆਂ, ਪਹਿਲੇ ਖਾਂਦੀਆਂ ਖੱਟੀਆਂ ਲੱਗਦੀਆਂ ਲੇਕਿਨ ਬਾਅਦ ਬੜੀ ਮਿੱਠੀ ਲੱਗਦੀ ਹੈ। ਹਾਂਜੀ ਸਿਆਣੇ ਦਾ ਕਿਹਾ ਔਲੇ ਦਾ ਖਾਧਾ ਕਹਾਵਤ ਵੀ ਹੈਗਾ। ਉਹ ਬਾਅਦ ਚ ਪਤਾ ਲੱਗਦਾ। ਬਿਲਕੁਲ। ਤੇ ਅਸੀਂ ਜਿੰਨੇ ਵੀ ਇੱਥੇ ਭੈਣ ਭਰਾ ਬੈਠੇ ਆ ਨਾ, ਅਸੀਂ ਇਹ ਪ੍ਰਣ ਕਰ ਦਈਏ ਕਿ ਅਸੀਂ ਆਪਣੀ ਨੀਅਤ ਸਹੀ ਕਰਕੇ ਗੁਰਦੁਆਰੇ ਵੀ ਜਾ ਰਹੇ ਹਾਂ ਤੇ ਇਸ ਹਿਸਾਬ ਨਾਲ ਜਾਈਏ ਕਿ ਵੀ ਅਸੀਂ ਆਪਣੇ ਪ੍ਰਿੰਸੀਪਲਸ ਨੂੰ ਵਾਚ ਕਰੀਏ, ਨਾ ਕਿ ਆਪਣੇ ਰਿਲੀਜਨ ਨੂੰ ਵਾਚ ਕਰੀਏ। ਹਾਂ ਬਿਲਕੁਲ ਹੈ ਨਾ। ਹਾਂ ਇਹ ਗੱਲ ਵੀ ਸਹੀ ਹੈ ਤੁਹਾਡੀ ਬਿਲਕੁਲ। ਤੇ ਇਸੇ ਕਰਕੇ ਨਾ ਗੁਰੂ ਸਾਹਿਬ ਨੇ ਸਾਨੂੰ ਕਿਹਾ ਸੀ ਵੀ ਜਿਹੜਾ ਪ੍ਰਿੰਸੀਪਲ ਹੈ ਨਾ, ਜਿਹੜਾ ਤੁਸੀਂ ਉਹਨੂੰ ਪੰਜਾਬੀ ਚ ਪਤਾ ਨਹੀਂ ਕੀ ਕਹੋਗੇ, ਮੈਂ ਤੈਨੂੰ ਗੁਣ ਇੰਟੈਂਸ਼ਨ ਸਾਡੀ ਨੀਅਤ। ਹਾਂ ਨੀਅਤ, ਓਕੇ ਚਲੋ ਮੈਂ ਇਹਦੇ ਨਾਲ ਗੁਣ ਸ਼ਬਦ ਜੋੜਦਾ ਵੀ ਜਿਹੜਾ ਗੁਣ ਹੈ ਜਾਂ ਜਿਹੜੀ ਇੱਕ ਚੰਗੀ ਨੌਲੇਜ ਹੈ, ਸਿੱਖਿਆ, ਉਹ ਜਿੱਥੋਂ ਵੀ ਮਿਲਦੀ ਹੈ ਉਹ ਲੈ ਲਓ। ਬਿਲਕੁਲ ਜੀ। ਚੰਗੀ ਸਿੱਖਿਆ ਜ਼ਰੂਰੀ ਨਹੀਂ ਗੁਰਦੁਆਰੇ ਚ ਮਿਲੇ, ਹੋ ਸਕਦਾ ਕਿਸੇ ਮੰਦਿਰ ਦੇ ਕਿਸੇ ਪੁਜਾਰੀ ਕੋਲ ਬਹੁਤ ਸਟੀਕ ਸੂਝੀ ਗਿਆਨ ਪਵੇ, ਕਿਸੇ ਸ਼ਾਹੀ ਇਮਾਮ ਕੋਲ, ਕਿਸੇ ਕਾਜੀ ਕੋਲ ਸਟੀਕ ਬਹੁਤ ਸੱਚ ਪਿਆ ਹੋਵੇ, ਕਿਸੇ ਪਾਦਰੀ ਕੋਲ ਹੋ ਸਕਦਾ, ਕਿਸੇ ਭਿਖਾਰੀ ਕੋਲ ਵੀ ਹੋ ਸਕਦਾ ਹੈ, ਕਿਸੇ ਮੋਚੀ ਕੋਲ ਹੋ ਸਕਦਾ ਹੈ, ਕਿਸੇ ਰਿਕਸ਼ੇ ਚਲਾਉਣ ਵਾਲੇ ਕੋਲ ਵੀ ਹੋ ਸਕਦਾ ਹੈ। ਕਿਉਂਕਿ ਗੁਰੂ ਸਾਹਿਬ ਨੇ ਤਾਂ ਇੱਥੋਂ ਚੱਕਿਆ ਸੀ ਨਾ ਸੱਚ, ਉਹਨਾਂ ਨੂੰ ਕਿੱਥੋਂ ਲੱਭੇ ਸੀ ਪ੍ਰਿੰਸੀਪਲ, ਸੱਚ ਗੁਣ ਕਿੱਥੋਂ ਲੱਭੇ ਸੀ? ਰਵਿਦਾਸ ਜੀ ਕੋਲੋਂ ਲੱਭੇ, ਕੁਛ ਕਬੀਰ ਜੀ ਕੋਲੋਂ ਲੱਭੇ, ਨਾਮਦੇਵ ਜੀ ਕੋਲੋਂ, ਨਾਈ ਕੋਲੋਂ ਵੀ ਮਿਲ ਗਏ, ਔਰ ਕਮਾਲ ਦੇ ਕੋਲੋਂ ਉਹਨੂੰ ਕਸਾਈ ਕੋਲੋਂ ਵੀ ਮਿਲ ਗਏ, ਸਦਨਾ ਕਸਾਈ। ਬਿਲਕੁਲ। ਹੁਣ ਅਸੀਂ ਕਹਿੰਦੇ ਮਾਸ ਖਾਣ ਵਾਲਾ ਸਿੱਖ ਨਹੀਂ ਹੁੰਦਾ, ਉਹਨਾਂ ਨੇ ਜਿਹੜਾ ਮਾਸ ਵੱਢਦਾ, ਜਿਹੜਾ ਵੱਢ ਕੇ ਵੇਚਦਾ, ਉਹਨੂੰ ਬਾਣੀ ਚ ਦਾਖਲ ਕਰ ਲਿਆ, ਕਹਿੰਦੇ ਆਓ ਜੀ ਤੁਹਾਨੂੰ ਨਮਸਕਾਰ ਹੈ ਕਿਉਂਕਿ ਤੁਹਾਡੇ ਕੋਲ ਸੱਚ ਹੈ। ਕਿਰਤਾ ਤੁਹਾਡੇ ਇੱਕ ਪਾਸੇ ਕਰੋ, ਮੈਂ ਤੁਹਾਡਾ ਅੰਦਰ ਵੇਖ ਰਿਹਾ, ਅੰਦਰ ਤੁਹਾਡੇ ਸੱਚ ਹੈ, ਅੰਦਰ ਇਮਾਨਦਾਰੀ ਹੈ, ਮਨ ਸਚਿਆਰ ਹੈ, ਮਨ ਗੁਣਾਂ ਨਾਲ ਭਰਿਆ ਹੋਇਆ, ਮਨ ਚ ਕਪਟ ਨਹੀਂ ਹੈ, ਛਲ ਨਹੀਂ ਹੈ, ਨੀਅਤ ਰਾਸ ਕਰੇ, ਕਿਸੇ ਦਾ ਦਿਲ ਨਹੀਂ ਦੁਖਾਇਆ, ਕਿਸੇ ਦਾ ਦਿਲ ਨਹੀਂ ਤੋੜਿਆ। ਇਹ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਨੇ। ਧਰਮ ਦੇ ਵਿੱਚ ਇਹ ਪੜ੍ਹਾਈ ਕਰਾਈ ਨਹੀਂ ਜਾਂਦੀ, ਇਹ ਪੜ੍ਹਾਈ ਤੇ ਕਰਾਈ ਨਹੀਂ ਜਾਂਦੀ। ਮਿੱਠਤ ਨੇ ਵੀ ਨਾਨਕਾ ਗੁਣ ਚੰਗਿਆਈਆਂ ਤਾਤੇ ਤੇ ਕੋਈ ਦੱਸਦਾ ਹੀ ਨਹੀਂ। ਧਾਰਮਿਕ ਆਗੂ, ਧਾਰਮਿਕ ਲੀਡਰ, ਧਾਰਮਿਕ ਪੁਜਾਰੀ ਗਾਲਾਂ ਕੱਢੀ ਜਾਂਦੇ ਨੇ ਮਾਵਾਂ ਭੈਣਾਂ ਦੀਆਂ। ਮਿਠਾਸ ਦੇ ਗੁਣ, ਮਿਠਾਸ ਦੀਆਂ ਗੱਲਾਂ, ਨਿਮਰਤਾ ਦੀਆਂ ਗੱਲਾਂ, ਹਨਾ, ਗੁਣਾਂ ਦੀਆਂ ਗੱਲਾਂ, ਸ਼ੋਸ਼ੇਬਾਜ਼ੀ, ਦਿਖਾਵਾ, ਪ੍ਰਪੰਚ ਛੱਡਣ ਦੀਆਂ ਗੱਲਾਂ, ਇਹ ਤੇ ਧਰਮ ਚ ਹੁੰਦੀ ਨਹੀਂ। ਕਿਉਂਕਿ ਜੇ ਇਹ ਹੋ ਜਾਣਾ ਅਸਲ ਚ ਪ੍ਰਪੰਚ ਬੰਦ ਹੋ ਜਾਂਦੇ, ਦੁਕਾਨਾਂ ਬੰਦ ਹੋ, ਪੁਜਾਰੀਆਂ ਨੂੰ ਖਤਰਾ ਪੈਦਾ ਹੋ ਜਾਂਦਾ ਵੀ ਦੁਕਾਨਾਂ ਬੰਦ ਹੋ ਗਈਆਂ, ਸਾਡਾ ਨੁਕਸਾਨ ਹੋਊਗਾ ਆਰਥਿਕ ਪੱਖੋਂ। ਹਾਂਜੀ ਰਜਿੰਦਰ ਕੁਮਾਰ ਜੀ, ਤੁਸੀਂ ਕੁਝ ਕਹਿਣਾ ਚਾਹ ਰਹੇ ਹੋ? ਆਜੋ ਆਪਣੇ ਵਿਚਾਰ ਦਿਓ। ਰਜਿੰਦਰ ਕੁਮਾਰ ਵੀਰ ਜੀ, ਹੈਲੋ। ਹੀਰਾ ਚਾਵਲਾ ਵੀਰ ਜੀ, ਹਾਂਜੀ ਜੀ। ਟਾਈਮ ਤੇ ਉਹ ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼, ਦਿਲ ਹਰ ਰੋਜ਼। ਹਾਂ ਬਿਲਕੁਲ ਬਿਲਕੁਲ। ਸਾਨੂੰ ਆਪਣਾ ਪਰਸੈਪਸ਼ਨ ਚੈੱਕ ਕਰਨਾ ਹੀ ਪਏਗਾ। ਜਦ ਤੱਕ ਅਸੀਂ ਆਪਣਾ ਪਰਸੈਪਸ਼ਨ ਚੈੱਕ ਨਹੀਂ ਕਰਾਂਗੇ ਤੇ ਮੈਂ ਜਾਣਾ ਕਿੱਧਰ ਚਾਹਨਾ, ਮੇਰੀ ਨੀਅਤ ਕੀ ਹੈਗੀ ਹੈ, ਹਾਂਜੀ ਹਾਂ, ਤਦ ਤੱਕ ਮੈਂ ਉਹ ਟੇਸਟ ਹੀ ਨਹੀਂ ਲੈ ਸਕਾਂਗਾ। ਉਹੀ ਹੈ ਨਾ, ਸਾਨੂੰ ਹਲੇ ਆਪਣਾ ਗੋਲ ਹੀ ਨਹੀਂ ਪਤਾ, ਮੇਰਾ ਗੋਲ ਕੀ ਆ, ਮੇਰਾ ਏਮ ਕੀ ਆ, ਮੈਂ ਆਇਆ ਕਿਉਂ ਆ, ਕਰਨਾ ਕੀ ਸੀ, ਕਰ ਕੀ ਰਿਹਾ, ਕਿ ਮੈਂ ਸਹੀ ਕਰ ਰਿਹਾ, ਗਲਤ ਕਰ ਰਿਹਾ। ਇਹ ਸਟੱਡੀ ਹੋਣੀ ਚਾਹੀਦੀ ਸੀ, ਅਸਲ ਚ ਬਚਪਨ ਤੋਂ ਹੋਣੀ ਚਾਹੀਦੀ ਸੀ। ਪਰ ਦੇਖਣਾ ਜੀ ਕਿ ਸਾਡੀ ਜਿਹੜੀ ਅਰਦਾਸ ਹੁੰਦੀ ਹੈ ਨਾ ਜੀ, ਹਾਂਜੀ, ਉਹਦੇ ਵਿੱਚ ਵੀ ਆਰਡਰ ਹੁੰਦਾ। ਹਾਂਜੀ ਕਿ ਬਈ ਤੂੰ ਮੇਰਾ ਇਹ ਕੰਮ ਕਰਾ ਦੇ, ਤੂੰ ਮੇਰਾ ਇਸ ਤਰ੍ਹਾਂ ਕਰ ਦੇ, ਤੂੰ ਮੇਰਾ ਘਰ ਸੁੱਖ ਸੁਹੇਲਾ ਕਰ ਦੇ। ਮੈਂ ਅਰਦਾਸ ਨਹੀਂ ਕਰਦਾ ਕਿ ਜੋ ਤੂੰ ਦਿਆ ਸੋ ਮਿੱਠਾ ਹੈ। ਨਾ ਨਾ ਨਾ, ਸਹੀ ਗੱਲ ਆ। ਉਹ ਬਾਣੀ ਦੀ ਪੰਕਤੀ ਹੁੰਦੀ ਆ, ਉਹ ਕਹਿੰਦੇ ਸੁੱਖ ਕੋ ਮੰਗਿਆ ਸਭ ਕੋ, ਦੁੱਖ ਨਾ ਮੰਗਿਆ ਕੋਈ। ਸੁੱਖ ਸ਼ਾਂਤੀ ਦੀ ਅਰਦਾਸ ਹੁੰਦੀ ਹੈ, ਦੁੱਖ ਅੱਜ ਤੱਕ ਕਿਸੇ ਨੂੰ ਨਹੀਂ ਗਿਆ ਹੋਣਾ। ਕਿਉਂਕਿ ਅਸੀਂ ਕੱਪੜੇ ਆਹੀ ਗੱਲ ਉਲਟੀ ਕਰਨੀ ਪੈਗੀ, ਚਾਹ ਤੁਸੀਂ ਦੁੱਖ ਮੰਗੋ। ਕਿਉਂ ਮੰਗੋ? ਬਾਣੀ ਕਹਿੰਦੇ ਦੁੱਖ ਦਾਰੂ ਸੁੱਖ ਰੋਕ ਪਿਆ। ਬਿਲਕੁਲ, ਉਹ ਤਾਂ ਦਾਰੂ ਬਣ ਕੇ ਆਏਗਾ, ਪਰ ਦੁੱਖ ਸਾਡੀ ਤਿਆਰੀ ਨਹੀਂ ਨਾ ਉਨੀ ਹੈਗੀ, ਸਾਡੀ ਸਟੱਡੀ ਨਹੀਂ ਹੈਗੀ ਇਹ ਵਾਲੀ। ਕਿਸੇ ਫਰੂਟ ਨੂੰ ਅਸੀਂ ਪਕਾਉਣਾ ਹੋਏਗਾ ਨਾ ਜੀ, ਹਾਂਜੀ, ਤੇ ਅਸੀਂ ਉਹਨੂੰ ਗਰਮੀ 'ਚ ਰੱਖਦੇ ਆ। ਹਾਂਜੀ,
ਬਿਲਕੁਲ ਗਰਮ ਕਰ ਦਿੰਦੇ ਤਾਂ ਕਿ ਮਿੱਠਾ ਹੋ ਜਾਵੇ। ਪਪੀਤਾ ਹੋ ਜਾਂ ਅੰਬ ਹੋ, ਉਹਨੂੰ ਇੰਨਾ ਗਰਮ ਕਰ ਦਿੰਦੇ ਆ ਕਿ ਉਹ ਮਿੱਠਾ ਹੋ ਜਾਵੇ। ਲੇਕਿਨ ਸਾਨੂੰ ਆਪਣੀ ਲਾਈਫ ਦੇ ਵਿੱਚ ਗਰਮੀ ਸਹਾਰਦੀ ਨਹੀਂ। ਹਾਂਜੀ ਅਸੀਂ ਚਾਹੁੰਦੇ ਕਿ ਸਾਨੂੰ ਹਰ ਚੀਜ਼ ਅਨੁਕੂਲ ਹੋਵੇ, ਤਾਂ ਹੀ ਅਸੀਂ ਜਾ ਕੇ ਠੀਕ ਹੋਵਾਂਗੇ। ਹਾਲਾਂਕਿ ਹਰ ਚੀਜ਼ ਆਪੋਜ਼ਿਟ ਹੈ ਕਿ ਜਦ ਤੱਕ ਦੁੱਖ ਨਹੀਂ ਮਿਲੇਗਾ ਤਾਂ ਤੱਕ ਸਾਨੂੰ ਸੁੱਖ ਦੀ ਕੀ ਕਹਿੰਦੇ ਨਾ ਉਹ ਸਮਝ ਵੀ ਨਹੀਂ ਪੈਂਦੀ ਬਾਈ ਜੀ। ਬਿਲਕੁਲ ਵੈਲਿਊ ਨਹੀਂ ਮਿਲਦੀ। ਸੁੱਖ ਦੀ ਵੈਲਿਊ ਦੁੱਖ ਚੋਂ ਨਿਕਲ ਕੇ ਪਤਾ ਲੱਗਦੀ ਹੈ ਅਸਲ 'ਚ। ਬਿਲਕੁਲ ਬਿਲਕੁਲ। ਦੁੱਖ ਦਾਰੂ ਸੁੱਖ ਰੋਗ ਮਹਾਰਾਜ ਨੇ ਗੱਲ ਬੜੀ ਵਧੀਆ ਸਟੀਕ ਗੱਲ ਕਹਿਤੀ ਸੀਗੀ। ਤੇ ਆ ਨਾ ਮੇਰੇ ਕੋਲ ਇੱਕ ਫੋਟੋ ਆਈ ਸੀ ਬੜੀ ਸੋਹਣੀ, ਕਿਸੇ ਨੇ ਪਾਈ ਆ, ਤੁਸੀਂ ਸਾਰੇ ਦੇਖ ਲਓ ਜੀ ਇੱਕ ਵਾਰ, ਜੇ ਤੁਹਾਨੂੰ ਪੜ੍ਹੀ ਜਾਏਗੀ ਸ਼ਾਇਦ ਤੈਨੂੰ ਸਮਝ ਵੀ ਆ ਜਾਏਗੀ। ਵੀਰ ਜੀ ਗਰੁੱਪ ਸ਼ੇਅਰ ਕਰ ਦਿਓ, ਮੈਂ ਤੁਹਾਨੂੰ ਪੜ੍ਹ ਕੇ ਸੁਣਾਦਾ। ਇਹ ਨਾ ਛੱਲੀਆਂ ਨੇ, ਛੱਲੀਆਂ ਅੰਗਰੇਜ਼ੀ 'ਚ ਪਤਾ ਨਹੀਂ ਇਹਨੂੰ ਕੀ ਕਹਿੰਦੇ ਹੁੰਦੇ, ਛੱਲੀ ਸਮਝਦੇ ਹੋ? ਮਕਈ ਦੀ ਪੌਪਕੌਰਨ ਜਿਹਦੇ ਬਣਦੇ ਨੇ। ਕੌਣ ਹਾਂ ਕੌਰਨ। ਇਹ ਤੇ ਲਿਖਿਆ ਜ਼ਿੰਦਗੀ ਮੇਂ ਕੀਮਤ बढ़ानी है तो ਤਪਣਾ ਪੜੇਗਾ। ਹੁਣ ਜਿਹੜੀ ਨਾਰਮਲ ਹੁੰਦੀ ਹੈ, ਜਿਹੜੀ ਲੱਗੀ ਹੁੰਦੀ ਹੈ 5 ਰੁਪਏ ਦੀ, ਜਦੋਂ ਤਪ ਗਈ ਉਹ 20 ਰੁਪਏ ਦੀ ਹੋ ਗਈ। ਬਿਲਕੁਲ ਸੜ ਗਈ ਨਾ, ਉਹ ਅੱਗ ਤੇ ਬਹਿ ਕੇ ਖਾਣ ਜੋਗੀ 20 ਰੁਪਏ ਦੀ ਹੋ ਗਈ। ਬਿਲਕੁਲ ਕਿੰਨੀ ਸੋਹਣੀ ਗੱਲ ਆ। ਮਤਲਬ ਪਕੜ ਹੈ ਵੀ ਜ਼ਿੰਦਗੀ ਮੇਂ ਕੀਮਤ बढ़ानी है तो ਤਪਣਾ ਪੜੇਗਾ। ਤਪ ਕੇ ਕੀਮਤ ਵਧੀ ਹੈ, ਦੁੱਖ 'ਚ ਜਾ ਕੇ ਕੀਮਤ ਪੈ ਗਈ ਉਹਦੀ। ਨਹੀਂ ਕਿ ਕੋਈ ਨਹੀਂ ਸੀ ਪੁੱਛਦਾ, ਪਈ ਰਹਿਣੀ ਸੀ ਕੱਚੀ ਉਹ। ਇਹ ਨਜ਼ਰੀਆ ਸੀ ਗੁਰੂ ਸਾਹਿਬ ਦਾ। ਅਸਲ 'ਚ ਦੇਖੋ, ਉਹ ਕਹਿੰਦੇ ਵੀ ਤੁਸੀਂ ਇਹ ਨਾ ਕਹੋ ਵੀ ਦੁੱਖ ਨਾ ਆਉਣ, ਇਹ ਕਹੋ ਵੀ ਦੁੱਖ ਤੇ ਆਉਣ, ਪਰ ਦੁੱਖਾਂ ਨੂੰ ਸਹਿਣ ਦੀ ਸਮਰੱਥਾ ਹੀ ਇੰਨੀ ਦੇ ਦੇ ਵੀ ਦੁੱਖ ਰਹਿਣ ਹੀ ਨਾ। ਗੁਰੂ ਅਰਜਨ ਦੇਵ ਜੀ ਹੁਣ ਮੰਗ ਸਕਦੇ ਸੀ ਵੀ ਇਹ ਸੱਚੇ ਪਾਤਸ਼ਾਹ ਵੀ ਮੈਨੂੰ ਵਿਚਾਰੀ ਅੱਗ ਤੱਤੀ ਤਵੀ ਆ ਵੀ ਮੇਰੇ ਤੋਂ ਸਹਿ ਨਹੀਂ ਹੋਣੀ, ਮੈਂ ਤਾਂ ਕਦੇ ਕੁਛ ਕੀਤਾ ਨਹੀਂ, ਕੁਛ ਕਰ, ਪਰ ਨਹੀਂ। ਉਹਨਾਂ ਦੇ ਵਿੱਚ ਸ਼ਕਤੀ ਭਾਣਾ ਮੰਨਣ ਦੀ ਇਤਨੀ ਜ਼ਿਆਦਾ ਸੀ, ਇਤਨਾ ਅਜਰ ਨੂੰ ਵੀ ਜਰ ਗਏ। ਉਹ ਤੋਂ ਬਸ ਸਮਰੱਥਾ ਮੰਗੀ ਉਹਨਾਂ ਵੀ, ਬਸ ਮੈਂ ਜਰ ਜਾਵਾਂ, ਮਿੱਠਾ ਲੱਗੇ ਮੈਨੂੰ, ਬਸ ਹੋਰ ਕੁਛ ਨਹੀਂ ਚਾਹੀਦਾ, ਤੇਰਾ ਕੀ ਆ, ਮਿੱਠਾ ਲੱਗੇ। ਚਲੋ ਖੈਰ, ਇਹ ਕਾਫੀ ਇਹ ਕਹਿ ਲਈ ਹੁਣ ਇਹ ਅਵਸਥਾ ਵੀ ਬੜੀ ਉੱਪਰ ਚਲੀ ਜਾਂਦੀ ਹੈ। ਇਹ ਛੋਟੀ ਅਵਸਥਾ 'ਚ ਜਾ ਕੇ ਆਪਾਂ ਖੈਰ ਗੱਲਾਂ ਹੀ ਕਰ ਸਕਦੇ, ਆਪਾਂ ਤੇ ਆਪਣੇ ਕੋਲ ਤੇ ਗੱਲਾਂ ਹੀ ਨੇ। ਪਰ ਚਲੋ ਕਿਤੇ ਆਪਾਂ ਥੋੜਾ ਨੇੜੇ ਤੇੜੇ ਵੀ ਪਹੁੰਚ, ਜੇ ਅਸੀਂ ਤੁਰ ਵੀ ਪਈ ਉਸ ਰਸਤੇ ਤੇ, ਤਾਂ ਵੀ ਬਹੁਤ ਸਾਡੇ ਵਾਸਤੇ ਬੜੀ ਵੱਡੀ ਪ੍ਰਾਪਤੀ ਹੋਏਗੀ। ਚਲੋ ਠੀਕ ਹੈ ਜੀ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਹੁਣ ਜਿਹੜੀਆਂ ਪੰਕਤੀਆਂ ਰਹਿ ਗਈਆਂ ਉਹਨਾਂ ਦੀ ਆਪਾਂ ਕੱਲ ਵਿਚਾਰ ਕਰਾਂਗੇ। ਤੇ ਇੱਥੇ ਤੱਕ ਹੋਰ ਸੰਗਤ ਚੋਂ ਕਿਸੇ ਨੇ ਕੋਈ ਸਵਾਲ ਜਵਾਬ ਕਰਨਾ ਹੈ ਤੇ ਬੇਨਤੀ ਪੁੱਛ ਸਕਦੇ ਨੇ। ਹਾਂਜੀ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਫਤਿਹ ਜੀ। ਹਾਂਜੀ ਵੀਰ ਜੀ। ਇੱਕ ਪੰਕਤੀ ਆਉਂਦੀ ਹੈ ਜੀ, ਗਿਆਨ ਸਤਿਗੁਰੂ ਔਰ ਰੁਦਰ ਧਿਆਨ ਗਿਆਨ ਸਤਿਗੁਰੂ। ਵੀ ਸਾਨੂੰ ਜਿਹੜਾ ਗਿਆਨ ਹੈ ਉਹ ਸਤਿਗੁਰੂ ਤੋਂ ਹੀ ਮਿਲੇਗਾ ਜੀ, ਗੁਰੂ ਸਾਹਿਬਾਨ ਤੋਂ ਹੀ ਮਿਲੇਗਾ ਗਿਆਨ। ਉਹਦੇ ਇਲਾਵਾ ਸਾਨੂੰ ਜਦ ਧਿਆਨ ਲਾਣਾ, ਧਿਆਨ ਰੁਦਰ ਧਿਆਨ ਬੋਲਿਆ ਜੀ ਉਹਨਾਂ ਨੇ, ਗੁਰੂ ਅਮਰਦਾਸ ਜੀ ਮਹਾਰਾਜ ਜੀ। ਅੱਛਾ। ਹਾਂਜੀ, ਜਿਹੜਾ ਗਿਆਨ ਮਿਲਣਾ ਉਹ ਕਿਤੇ ਮਿਲਣਾ ਜੀ, ਬਸ ਹੋਰ ਕਿਤੇ ਗਿਆਨ ਨਹੀਂ। ਕੁਛ ਪੰਕਤੀ ਹੈਗੀ ਉਹ ਸਵਈਆਂ ਦੇ ਵਿੱਚ ਆ, ਪੰਕਤੀ ਜਿਹੜੀ ਤੁਸੀਂ ਬੋਲ ਰਹੇ ਹੋ, ਰੁਦਰ ਧਿਆਨ ਗਿਆਨ ਪੰਕਤੀ ਹੈਗੀ ਆ। ਹਾਂਜੀ 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 ਹਾਂ, ਸਵਈਆਂ ਜਾਂਦੀ ਹੈ। ਹਾਂਜੀ ਹਾਂਜੀ, ਸਵਈਆਂ ਜਾਂਦੀ ਹੈ। ਜਿਹੜਾ ਸੱਚ ਦਾ ਗਿਆਨ ਗੁਰੂ ਤੋਂ, ਉਹ ਤੇ ਪੂਰੇ ਗੁਰੂ ਤੋਂ ਮਿਲਦਾ ਨਾ। ਗੁਰੂ ਸਾਹਿਬ ਗੁਰੂ ਗਿਆਨ ਹੀ ਮਿਲਿਆ ਹਨਾ। ਜਿਹੜੀ ਗੁਰਬਾਣੀ ਵੀ ਅਸੀਂ ਗੁਰਬਾਣੀ 'ਚ ਸਾਨੂੰ ਮਿਲ ਕੇ ਰਿਹਾ, ਜੇ ਦੇਖਿਆ ਜਾਏ ਗਿਆਨ ਹੀ ਮਿਲ ਰਿਹਾ। ਤੱਤ ਕਹਿ ਲੈਂਦੇ ਆਪਾਂ, ਤੱਤ ਵੀ ਕਹਿ ਸਕਦੇ ਅਸੀਂ ਇਹਨੂੰ, ਸੱਚਾਈ ਦਾ ਜਿਹੜਾ ਤੱਤ ਹੈ। ਬਿਲਕੁਲ ਬਿਲਕੁਲ। ਸੋ ਇਹ ਲੈ ਕੇ ਹੀ ਅਸੀਂ, ਸਾਡਾ ਏਮ ਸਚਿਆਰ ਹੋਣਾ ਹੈ। ਕਿਵ ਸਚਿਆਰਾ ਹੋਈ ਹੈ, ਬਸ ਆਪਾਂ ਇਹ ਗੱਲ ਇੱਕ ਪੱਲੇ ਬੰਨ ਲਈ ਵੀ ਸਾਡਾ ਸਾਰੇ ਜਿੰਨੇ ਵੀ ਆ, ਅਸੀਂ ਧਰਤੀ ਦੇ ਜਿਤਨੇ ਜੀਵ ਆ, ਇਹਨੂੰ ਧਰਮ ਛੱਡ ਦਿਓ, ਜਾਤਾਂ ਛੱਡ ਦਿਓ, ਹੋਰ ਨਸਲ ਭੇਦ ਸਭ ਛੱਡ ਦਿਓ, ਦੇਸ਼ ਹੱਦਾਂ ਹੁੱਦਾਂ ਸਭ ਛੱਡ ਦਿਓ, ਸਾਰਿਆਂ ਦਾ ਇੱਕੋ ਹੀ ਸਵਾਲ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟਿਆ ਪਾਲ। ਬਸ ਇਹ ਏਮ ਜਿਸ ਦਿਨ ਸਾਡਾ ਪੂਰਾ ਹੋਏਗਾ, ਸਾਡਾ ਜੀਵਨ ਸਫਲ ਹੋ ਜਾਏਗਾ। ਮੇਰੇ ਕੋਲ ਲਾਈਟ ਚਲੀ ਗਈ ਹੈ ਸ਼ਾਇਦ, ਨਹੀਂ ਪਰ ਚੱਲਦਾ ਰਹੇਗਾ, 5-7 ਮਿੰਟ ਚੱਲੇਗਾ। ਤੋ ਬਸ ਇਹੀ ਹੈ ਵੀ ਚਲੋ ਸਚਿਆਰ ਹੋ ਜੀ, ਆਪਾਂ ਉਸ ਪਾਸੇ ਆਪਣਾ ਯਤਨ ਹੈ, ਯਤਨਸ਼ੀਲ ਸਾਨੂੰ ਰਹਿਣਾ ਚਾਹੀਦਾ। ਆਖਰੀ ਸਵਾਸ ਤੱਕ, ਆਖਰੀ ਦਮ ਤੱਕ, ਜਿੰਨਾ ਸਮਾਂ ਮਹਾਰਾਜ ਨੇ ਬਖਸ਼ਿਆ, ਯਤਨਸ਼ੀਲ ਸਚਿਆਰ ਵਾਲੇ ਪਾਸੇ ਹੋਈਏ। ਭਾਵਨਾ ਉਹ ਬਣੇ ਅੰਦਰੋਂ ਇਮਾਨਦਾਰੀ ਨਾਲ, ਤੇ ਉਹਨੂੰ ਫਲ ਫਿਰ ਜ਼ਰੂਰ ਲੱਗਦਾ। ਗੁਰੂ ਆਪ ਕਿਰਪਾ ਕਰਦੇ ਨੇ, ਸਹਾਈ ਹੁੰਦੇ ਨੇ, ਉਸ ਤਰ੍ਹਾਂ ਦੀ ਵਿੱਧ ਬਣਾਉਂਦੇ ਨੇ। ਮਹਾਰਾਜ ਕਿਰਪਾ ਕਰਨ। ਸਾਰਿਆਂ ਦਾ ਧੰਨਵਾਦ ਜੀ। ਕੱਲ ਕਰਦੇ ਹਾਂ ਦਰਸ਼ਨ, ਤੇ ਕੱਲ